देश विदेश के दर्शक जो ATC न्यूज़ चैनल देख रहे हैं उन्होंने मेरी मनजिंदर सिंह ਅਤੇ मेरे साथी नरेंद्र माही की प्यार भरी सत श्री अकाल। अज असी गल करांगे जिद्दां कि इंसान का शरीर एक तरह की मशीनरी है और मशीनरी दे विच कई बारी कई तरह के नुक्स पै जाते हैं जिन्होंने ठीक करने लई डॉक्टरों की सहायता लीती जाती है। जिस तरह के गल करिए तो आयुर्वेदा के नाल भी इलाज किए जाते हैं, एलोपैथी नाल भी इलाज किए जाते हैं, जिस तरह एक नवीं थेरेपी भी है होम्योपैथी नाल भी इलाज किए जाते हैं। अज के समय दे विच एक बहुत ही पंजाब दे विच एक चर्चा का विषय है कि जिस तरह के दवाइयाँ दित्तियां जांदियां ने, दवाई मरीज़ खांदा है मूँह ना खांदा है, जां कोई पीण वाली दवाई दी जाती है, जां कोई गोलियां दित्तियां जांदियां ने, जां फिर टीके लगाए जाते हैं, जां ग्लूकोस लगाया जाता है। एक नवां जो मैं दस रहा भी चर्चा का विषय है पूरे दुनिया दे विच जे कह दईए तो वड्डी गल नहीं होवेगी। वो है कि एक दवाई लैके आए ने जिस तरह के पता लगा है नेवल अमृत के नाँ से, जिहड़ी कि धुन्नी दे विच पाई जाती है और धुन्नी दे विच पाउण नाल उसदे पता लगा है कि बहुत ही वधिया असर ने और बहुत जल्दी मरीज़ ठीक हो रहे हैं। साडे विच मौजूद ने इस संस्था नेवल अमृत के वैद जी संजीव कुमार। आओ पहले तुहाडी उन्हां नाल गल कराउने आ। सत श्री अकाल संजीव जी। जिस तरह के पता लगा है कि एक दवाई तुसी बनाई है जो कि नेवल अमृत के नाँ से नाभि दे विच पाई जाती है, धुन्नी दे विच जे पंजाबी विच कह दईए तो उहदे नाल पता लगा है बहुत ज़्यादा ही मरीज़ ठीक हो रहे हैं। ये दसोगे इहदे बारे साडे दर्शकों नूं? ਜ਼ਰੂਰ ਸਰ, ਕਿਉਂਕਿ ਜਿਹੜੀ ਨੇਵਲ ਅੰਮ੍ਰਿਤ ਹੈ ਧੁੰਨੀ ਦੇ ਵਿੱਚ ਦਵਾਈ ਪਾਉਣੀ ਹੁੰਦੀ ਹੈ। ਸੋ ਜਿਵੇਂ ਪੁਰਾਣੇ ਬਜ਼ੁਰਗ ਧੁੰਨੀ ਨੂੰ ਦੇਸੀ ਤੇਲ ਸਰੋਂ ਦਾ ਤੇਲ ਲਾਉਂਦੇ ਸੀ ਅਤੇ ਉਹ ਬਹੁਤ ਸਾਰੀਆਂ ਬਿਮਾਰੀਆਂ ਠੀਕ ਕਰਨ ਦੇ ਕੰਮ ਆਉਂਦਾ ਸੀ। ਉਹ ਜਿਹੜਾ ਤੇਲ ਹੈ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਸੀ। ਉੱਥੋਂ ਹੀ ਇਸ ਬਿਮਾਰੀ ਜਿਹੜੀ ਬਿਮਾਰੀਆਂ ਠੀਕ ਕਰਨ ਦਾ ਇਹ ਤਰੀਕਾ ਦਿਮਾਗ ਦੇ ਵਿੱਚ ਆਇਆ ਔਰ ਇਹ ਜਿਹੜੀ ਨੇਵਲ ਅੰਮ੍ਰਿਤ ਹੈ ਇਹਦਾ ਇਜਾਦ ਹੋਇਆ ਕਿ ਕਿਉਂਕਿ ਜਿਹੜਾ ਮਨੁੱਖ ਆ ਇਹਦੀ ਸਿਰਜਣਾ ਜਿਹੜੀ ਹੈ ਉਹ ਧੁੰਨੀ ਰਾਹੀਂ ਹੁੰਦੀ ਹੈ। ਜਦੋਂ ਮਨੁੱਖ ਮਾਂ ਦੇ ਗਰਭ ਵਿੱਚ ਹੁੰਦਾ ਹੈ, ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਅਤੇ ਟਿਸ਼ੂ ਤੋਂ ਬਾਅਦ ਸਭ ਤੋਂ ਪਹਿਲਾਂ ਉਹਦੀ ਨਾਭੀ ਬਣਦੀ ਹੈ। ਨਾਭੀ ਰਾਹੀਂ ਬੱਚੇ ਨੂੰ ਖੁਰਾਕ ਜਾਂਦੀ ਹੈ, ਨਾਭੀ ਰਾਹੀਂ ਬੱਚਾ ਸਾਹ ਲੈਂਦਾ ਹੈ। ਜਦੋਂ ਮਾਂ ਦੇ ਗਰਭ 'ਚੋਂ ਬੱਚਾ ਬਾਹਰ ਆ ਜਾਂਦਾ ਹੈ ਉਦੋਂ ਬੱਚਾ ਸਾਹ ਜਿਹੜਾ ਹੈਗਾ ਨੱਕ ਜਾਂ ਮੂੰਹ ਰਾਹੀਂ ਲੈਣਾ ਸ਼ੁਰੂ ਕਰਦਾ ਹੈ। ਸੋ ਨਾਭੀ ਦੇ ਨਾਲ ਮਨੁੱਖੀ ਸਰੀਰ ਦੀਆਂ 72,000 ਤੋਂ ਜ਼ਿਆਦਾ ਨਸਾਂ ਜੁੜੀਆਂ ਹੁੰਦੀਆਂ। 114 ਚੱਕਰ ਜਿਹੜੇ ਸਾਡੇ ਸਰੀਰ ਦੇ ਆ ਉਹ ਨਾਭੀ ਦੇ ਨਾਲ ਜੁੜੇ ਹੁੰਦੇ ਆ। ਸੋ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਬਾਹਰੋਂ ਨਾੜੂਆ ਕੱਟ ਦਿੱਤਾ ਜਾਂਦਾ। ਖੈਰ ਵਿਦੇਸ਼ਾਂ ਦੇ ਵਿੱਚ ਤਾਂ ਸਟੈਮ ਸੈੱਲ ਰੱਖਣ ਦੇ ਲਈ ਬੈਂਕਾਂ ਵੀ ਬਣ ਗਈਆਂ। ਸੋ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈਗਾ ਉਸ ਬੱਚੇ ਨੂੰ ਜਿਹਦਾ ਉਹ ਸਟੈਮ ਸੈੱਲ ਉਹ ਨਾੜੂਆ ਸਾਂਭ ਕੇ ਰੱਖਿਆ ਗਿਆ ਹੋਵੇ। ਇੱਥੇ ਸਾਡੇ ਦੇਸ਼ ਦੇ ਵਿੱਚ ਅਜੇ ਉਹ ਸੁਵਿਧਾ ਨਹੀਂ ਹੈ। ਲੇਕਿਨ ਬਾਹਰੋਂ ਨਾੜੂਆ ਕੱਟਣ ਦੇ ਬਾਵਜੂਦ ਵੀ ਜਿਹੜਾ ਸਾਡੇ ਅੰਦਰਲਾ ਸਾਰਾ ਸਿਸਟਮ ਹੈ ਉਹ ਸਿਸਟਮ ਸਾਰਾ ਹੀ ਨਾਭੀ ਦੇ ਨਾਲ ਜੁੜਿਆ ਹੁੰਦਾ ਹੈ। ਜਦੋਂ ਅਸੀਂ ਆਯੁਰਵੇਦ ਨੂੰ ਜਾਂ ਯੂਨਾਨੀ ਦਵਾਈਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੜ੍ਹਦੇ ਹਾਂ ਜਾਂ ਉਹਨਾਂ ਨੂੰ ਖੰਗਾਲਦੇ ਹਾਂ ਤਾਂ ਯੂਨਾਨੀ ਆਯੁਰਵੇਦ ਆਚਾਰੀਆ ਜਿਹੜੇ ਆ ਉਹ ਆਪਣੇ ਗ੍ਰੰਥ ਜਿਹੜੇ ਸ਼ੁਰੂ ਉਹਨਾਂ ਨੇ ਕੀਤੇ ਦਵਾਈਆਂ ਦੇ ਉਹ ਸ਼ੁਰੂ ਹੀ ਨਾਭੀ ਤੋਂ ਹੁੰਦੇ ਆ। ਮਤਲਬ ਉਹ ਸਭ ਤੋਂ ਇੰਪੋਰਟੈਂਟ ਜਿਹੜਾ ਅੰਗ ਆ ਉਹ ਨਾਭੀ ਨੂੰ ਮੰਨਦੇ ਹੈਗੇ ਆ ਔਰ ਆਯੁਰਵੇਦ ਸਭ ਤੋਂ ਇੰਪੋਰਟੈਂਟ ਅੰਗ ਜਿਹੜਾ ਸਾਡੇ ਸਰੀਰ ਦਾ ਉਹ ਨਾਭੀ ਨੂੰ ਮੰਨਦੇ ਆ ਕਿਉਂਕਿ ਨਾਭੀ ਦੇ ਨਾਲ ਨਸਾਂ ਜੁੜੀਆਂ ਹੁੰਦੀਆਂ। ਔਰ ਇਹ ਜਿਹੜੀ ਨੇਵਲ ਅੰਮ੍ਰਿਤ ਹੈ ਜਦੋਂ ਪ੍ਰੋਬਲਮ ਦੇ ਹਿਸਾਬ ਨਾਲ ਇਹ ਨਾਭੀ ਦੇ ਵਿੱਚ ਇਹਦੀਆਂ ਕੁਝ ਡ੍ਰੌਪਸ ਪਾਈਆਂ ਜਾਂਦੀਆਂ ਅਤੇ ਹੌਲੀ ਹੌਲੀ ਜਦੋਂ ਇਹ ਅਸਰ ਕਰਨਾ ਸ਼ੁਰੂ ਕਰਦੀ ਆ ਅਤੇ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਨੂੰ ਠੀਕ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਸ ਤਰ੍ਹਾਂ ਸੰਜੀਵ ਜੀ ਤੁਸੀਂ ਦੱਸਿਆ ਵੀ ਇਹ ਜਿਹੜੀ ਤੁਹਾਡੀ ਨੇਵਲ ਅੰਮ੍ਰਿਤ ਦਵਾਈ ਹੈ ਨਾਭੀ ਦੇ ਵਿੱਚ ਪਾਉਣ ਨਾਲ ਅਸਰ ਕਰਦੀ ਹੈ ਤੇ ਵੈਸੇ ਵੀ ਜੇ ਪੁਰਾਣੀ ਗੱਲ ਵੀ ਤੁਸੀਂ ਵੀ ਦੱਸੀ ਵੀ ਜਿਸ ਤਰ੍ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਜਾਂ ਅੱਜ ਵੀ ਬਜ਼ੁਰਗ ਦੱਸਦੇ ਨੇ ਵੀ ਨਾਭੀ ਦੇ ਵਿੱਚ ਤੇਲ ਪਾ ਲਓ ਉਹਦੇ ਕਾਫੀ ਫਾਇਦੇ ਰਹਿੰਦੇ ਨੇ। ਜਿਸ ਤਰ੍ਹਾਂ ਕਈ ਵਾਰੀ ਬੁੱਲ ਫੁੱਟ ਜਾਂਦੇ ਨੇ ਤਾਂ ਉਹ ਨਾਭੀ ਦੇ ਵਿੱਚ ਤੇਲ ਪਾਉਣ ਨਾਲ ਉਹ ਅਸਰ ਕਰਦੇ ਆ। ਅਤੇ ਫਿਰ ਇਹ ਜਿਹੜੀ ਤੁਹਾਡੀ ਦਵਾਈ ਹੈ ਇਹ ਕਿੰਨਾ ਬਿਮਾਰੀਆਂ ਨੂੰ ਦੂਰ ਕਰਦੀ ਹੈ? ਸਰ ਨੇਵਲ ਅੰਮ੍ਰਿਤ ਦੇ ਨਾਲ ਹੁਣ ਤੱਕ ਅਸੀਂ ਸ਼ੂਗਰ ਦੇ ਉੱਤੇ, ਥਾਈਰਾਇਡ, ਯੂਰਿਕ ਐਸਿਡ, BP 'ਤੇ, ਕੋਲੈਸਟਰੋਲ 'ਤੇ, ਬੱਚੇਦਾਨੀ ਦੀਆਂ ਰਸੌਲੀਆਂ, ਗੁਰਦੇ ਦੀ ਪੱਥਰੀ, ਪਿੱਤੇ ਦੀ ਪੱਥਰੀ ਔਰ ਲੀਵਰ ਦੀ ਪ੍ਰੋਬਲਮ, ਹਾਰਟ ਦੀ ਬਲੋਕੇਜ ਹੈ ਜਿਹੜੀ
ਇਹਨਾਂ ਦੇ ਉੱਤੇ ਅਸੀਂ ਰਿਜ਼ਲਟ ਲੈ ਚੁੱਕੇ ਹਾਂ। ਚਮੜੀ ਦੇ ਰੋਗਾਂ 'ਤੇ ਅਸੀਂ ਵੱਖ-ਵੱਖ ਚਮੜੀ ਦੇ ਰੋਗ ਹੁੰਦੇ ਆ ਉਹਦੇ ਲਈ ਅਸੀਂ ਰਿਜ਼ਲਟ ਲੈ ਚੁੱਕੇ ਹਾਂ। ਔਰ ਗੋਡਿਆਂ ਦਾ ਦਰਦ ਹੋ ਗਿਆ ਜਾਂ ਹੋਰ ਜੋੜਾਂ ਦਾ ਦਰਦ, ਗਠੀਆ ਹੈ, ਸਰਵਾਈਕਲ ਔਰ ਡਿਸਕ ਪ੍ਰੋਬਲਮ ਦੇ ਉੱਤੇ ਅਸੀਂ ਰਿਜ਼ਲਟ ਲੈ ਚੁੱਕੇ ਹਾਂ। ਔਰ ਇਹ ਜਿਹੜੇ ਰਿਜ਼ਲਟ ਆ ਇੱਦਾਂ ਨਹੀਂ ਹੈ ਵੀ ਸਾਨੂੰ ਤੁੱਕੇ ਨਾਲ ਰਿਜ਼ਲਟ ਮਿਲਿਆ। ਸਾਡੇ ਕੋਲ ਦਰਜਨਾਂ ਹੀ ਐਸੇ ਮਰੀਜ਼ ਆ ਜਿਹੜੇ ਇਸ ਮੈਡੀਸਨ ਦੇ ਨਾਲ ਉਹ ਠੀਕ ਹੋਇਆ ਵੱਖ-ਵੱਖ ਬਿਮਾਰੀਆਂ ਦੇ। ਸੋ ਇਹ ਬਹੁਤ ਸਾਰੀਆਂ ਬਿਮਾਰੀਆਂ ਦੇ ਉੱਤੇ ਅਸਰ ਕਰਦੀ ਹੈਗੀ ਆ। ਅਸਲ 'ਚ ਜਿਹੜੀ ਇਹ ਮੈਡੀਸਨ ਹੈ ਨੇਵਲ ਅੰਮ੍ਰਿਤ, ਇਹ 3 ਤਰੀਕੇ ਨਾਲ ਕੰਮ ਕਰਦੀ ਆ। ਇੱਕ ਤਾਂ ਸਾਡੇ ਸਰੀਰ ਦੇ ਵਾਤ, ਪਿੱਤ ਔਰ ਕਫ ਨੂੰ ਬੈਲੈਂਸ ਕਰਦੇ ਆ, ਕਿਉਂਕਿ ਜੇ ਇਕੱਲਾ ਵਾਤ ਵੱਧ ਜਾਵੇ ਬੰਦੇ ਦਾ ਤੇ ਲਗਭਗ 88 ਬਿਮਾਰੀਆਂ ਬੰਦੇ ਨੂੰ ਲੱਗਦੀਆਂ ਇਕੱਲਾ ਹੀ ਵਾਤ ਵਧਣ ਦੇ ਨਾਲ। ਇੱਦਾਂ ਹੀ ਅਗਰ ਪਿੱਤ ਵੱਧਦਾ ਹੈਗਾ ਆ ਤੇ 30 ਤੋਂ 35 ਪਲੱਸ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਲੱਗਦੀਆਂ। ਅਗਰ ਕਫ ਵੱਧਦੀ ਹੈਗੀ ਆ ਤੇ 30 ਤੋਂ 35 ਪਲੱਸ ਬਿਮਾਰੀਆਂ ਉਹਦੇ ਨਾਲ ਲੱਗਦੀਆਂ ਹੈਗੀਆਂ। ਸੋ ਇਹ ਟੋਟਲ ਜਿਹੜੀਆਂ ਆ 130-35 ਬਿਮਾਰੀਆਂ ਜਿਹੜੀਆਂ ਆ ਉਹ ਵਾਤ, ਪਿੱਤ ਔਰ ਕਫ ਦੇ ਵਿਗੜਨ ਦੇ ਨਾਲ ਲੱਗਦੀਆਂ ਹੈਗੀਆਂ। ਸੋ ਇਹ ਜਿਹੜੀ ਨੇਵਲ ਅੰਮ੍ਰਿਤ ਹੈ, ਇੱਕ ਤਾਂ ਵਾਤ, ਪਿੱਤ ਔਰ ਕਫ ਨੂੰ ਬੈਲੈਂਸ ਕਰਨ ਦਾ ਕੰਮ ਕਰਦੀ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਸਰੀਰ ਦੇ ਕਮਜ਼ੋਰ ਹੋ ਗਏ ਸੈੱਲ ਆ ਉਹਨਾਂ ਨੂੰ ਪੋਸ਼ਣ ਦੇ ਕੇ ਉਹਨਾਂ ਨੂੰ ਰੀਜਨਰੇਟ ਕਰਦੀ ਆ, ਰੀਐਕਟਿਵ ਕਰਦੀ ਆ, ਤਾਂ ਕਿ ਉਹ ਸੈੱਲ ਆਪਣਾ ਕੰਮ ਦੁਬਾਰਾ ਤੋਂ ਕਰਨਾ ਸ਼ੁਰੂ ਕਰਨ। ਉਸ ਤੋਂ ਬਾਅਦ ਇਹ ਬਲੋਕੇਜ ਖੋਲ੍ਹਦੇ ਆ। ਬਲੋਕੇਜ ਚਾਹੇ ਉਹ ਬਲੱਡ ਦੇ ਕਲੌਟਸ ਹੋਣ, ਡੈਡ ਜਾਂ ਡੈਮੇਜ ਜਿਹੜੇ ਸੈੱਲ ਹੈ ਨਸਾਂ 'ਚ ਹੋਣ, ਜਾਂ ਫਿਰ ਥਿੰਦਾਪਨ ਹੋਵੇ, ਚੁਕਨਾਈ ਹੋਵੇ, ਇਹਨਾਂ ਸਾਰਿਆਂ ਨੂੰ ਵਾਸ਼ ਆਊਟ ਕਰ ਦਿੰਦੀ ਹੈ। ਬਲੱਡ ਸਰਕੂਲੇਸ਼ਨ ਪ੍ਰੋਪਰ ਹੁੰਦੀ ਆ, ਆਕਸੀਜਨ ਪ੍ਰਿਆਪਤ ਮਾਤਰਾ 'ਚ ਪਹੁੰਚਣੀ ਸ਼ੁਰੂ ਹੋ ਜਾਂਦੀ ਆ। 3 ਤਰੀਕੇ ਨਾਲ ਇਹ ਦਵਾਈ ਕੰਮ ਕਰਦੀ ਆ, ਇਸ ਕਰਕੇ ਸਾਨੂੰ ਇਸ ਦਵਾਈ ਦੇ ਬਹੁਤ ਜ਼ਿਆਦਾ ਰਿਜ਼ਲਟ ਮਿਲਦੇ ਹੈਗੇ। ਜੇ ਸੰਜੀਵ ਜੀ ਗੱਲ ਕਰੀਏ, ਜਿਸ ਤਰ੍ਹਾਂ ਕਿ ਤੁਸੀਂ ਬਹੁਤ ਹੀ ਬਿਮਾਰੀਆਂ ਬਾਰੇ ਦੱਸਿਆ ਔਰ ਛੋਟੀਆਂ ਬਿਮਾਰੀਆਂ ਵੀ ਦੱਸੀਆਂ, ਵੱਡੀਆਂ ਵੀ ਦੱਸੀਆਂ, ਤੇ ਕੀ ਫਿਰ ਇਹ ਸਾਰਿਆਂ ਲਈ ਇੱਕ ਹੀ ਦਵਾਈ ਹੈ ਜਾਂ ਕੁਛ ਉਹਦੇ ਵਿੱਚ ਵੱਖਰੇ ਤਰ੍ਹਾਂ ਨਾਲ ਤੁਸੀਂ ਵੱਖਰੇ ਬਿਮਾਰੀਆਂ ਲਈ ਦਿੰਦੇ ਹੋ? ਦਵਾਈ ਸਾਰੇ ਇੱਕ ਹੀ ਹੈਗੀ ਆ, ਨੇਵਲ ਅੰਮ੍ਰਿਤ ਇੱਕੋ ਹੀ ਦਵਾਈ ਆ, ਲੇਕਿਨ ਇਹਦੇ ਵਿੱਚ ਅਸੀਂ 19 ਪ੍ਰਕਾਰ ਦੇ ਤੇਲ ਪਾਏ ਹੋਏ ਆ। 19 ਤੇਲ ਜਦੋਂ ਆਪਾਂ ਉਹਨਾਂ ਨੂੰ ਇਕੱਲੇ ਵੀ ਆਯੁਰਵੇਦਾ ਦੇ ਅਕੋਰਡਿੰਗ ਅਗਰ ਉਹਨਾਂ ਦਾ ਇਕੱਲੇ ਵੀ ਆਪਾਂ ਯੂਜ਼ ਕਰਦੇ ਹੈਗੇ ਆ ਤਾਂ ਉਹ ਕਿਸੇ ਨਾ ਕਿਸੇ ਬਿਮਾਰੀ ਦੇ ਉੱਤੇ ਅਸਰ ਦਿਖਾਉਂਦੇ ਹੈਗੇ ਆ, ਰਿਜ਼ਲਟ ਦਿੰਦੇ ਆ। ਅਰੰਡੀ ਦਾ ਤੇਲ ਜੋੜਾਂ ਦੇ ਦਰਦਾਂ ਦੇ ਉੱਤੇ ਸਾਨੂੰ ਰਿਜ਼ਲਟ ਦਿੰਦਾ ਹੈਗਾ। ਕਲੌਂਜੀ ਦਾ ਤੇਲ ਸਾਨੂੰ ਜਿਹੜਾ ਸ਼ੂਗਰ ਦੇ ਉੱਤੇ ਰਿਜ਼ਲਟ ਦਿੰਦਾ। ਇਸ ਤਰੀਕੇ ਦੇ ਨਾਲ ਬਾਕੀ ਵੀ ਤੇਲ ਜਿਹੜੇ ਹੈਗੇ ਆ, ਅਗਰ ਇਕੱਲਾ ਵੀ ਆਪਾਂ ਯੂਜ਼ ਕਰਦੇ ਹਾਂ ਉਹ ਕਿਸੇ ਨਾ ਕਿਸੇ ਬਿਮਾਰੀ ਦੇ ਉੱਤੇ ਸਾਨੂੰ ਰਿਜ਼ਲਟ ਦਿੰਦੇ ਆ। ਲੇਕਿਨ ਉਹਦੇ ਵਿੱਚ ਸਮੱਸਿਆ ਇਹ ਆਉਣੀ ਸੀ ਵੀ ਕਿਸੇ ਨੂੰ ਕੋਈ ਤੇਲ ਦੇਣਾ ਪੈਣਾ ਸੀ, ਕਿਸੇ ਨੂੰ ਕੋਈ ਤੇਲ ਦੇਣਾ ਪੈਣਾ ਸੀਗਾ। ਇਸ ਕਰਕੇ ਇਸ ਮੈਡੀਸਨ ਦਾ ਇੱਕ ਕੰਬੀਨੇਸ਼ਨ ਬਣਾਇਆ ਇਹਨਾਂ ਤੇਲਾਂ ਦਾ। ਜਦੋਂ ਕੰਬੀਨੇਸ਼ਨ ਬਣਾਇਆ ਫਿਰ ਇਹਦੀ ਫਾਰਮੂਲੇਸ਼ਨ ਸੈੱਟ ਕੀਤੀ ਗਈ, ਇੱਕ ਰੇਸ਼ੋ ਸੈੱਟ ਕੀਤੀ ਗਈ ਕਿ ਕਿਹੜੀ ਚੀਜ਼ ਕਿੰਨੀ ਮਾਤਰਾ 'ਚ ਪੈਣੀ ਹੈ, ਕਿਉਂਕਿ ਤਾਂ ਕਿ ਹਰ ਵਿਅਕਤੀ ਜਿਹੜਾ ਉਹ ਵਾਤ, ਪਿੱਤ ਔਰ ਕਫ ਪ੍ਰਵਿਰਤੀਆਂ ਵਾਲਾ ਆ, ਉਹ ਤਿੰਨੋਂ ਹੀ ਪ੍ਰਕਾਰ ਦੇ ਲੋਕ ਆ ਜਿਹੜੇ ਇਸ ਮੈਡੀਸਨ ਨੂੰ ਯੂਜ਼ ਕਰ ਸਕਣ। ਕਿਸੇ ਨੂੰ ਕੋਈ ਇੱਦਾਂ ਨਾ ਹੋਵੇ ਕਿ ਅਸੀਂ ਬਹੁਤ ਸਾਰੇ ਗਰਮ ਤੇਲ ਇਹਦੇ ਵਿੱਚ ਪਾਤੇ ਤਾਂ ਪਿੱਤ ਪ੍ਰਵਿਰਤੀ ਵਾਲਾ ਬੰਦਾ ਉਹਨੂੰ ਯੂਜ਼ ਹੀ ਨਾ ਕਰ ਸਕੇ, ਜਾਂ ਠੰਡੇ ਤੇਲ ਜ਼ਿਆਦਾ ਪਾ ਦਿੱਤੇ ਤਾਂ ਉਹਨੂੰ ਵਾਤ ਵਾਲਾ ਜਾਂ ਕਫ ਵਾਲਾ ਯੂਜ਼ ਨਾ ਕਰ ਸਕੇ। ਸੋ ਇਹਦੀ ਇੱਕ ਰੇਸ਼ੋ ਬਣਾਈ ਗਈ। ਉਸ ਰੇਸ਼ੋ ਦੇ ਅਕੋਰਡਿੰਗ ਤਿੰਨੋਂ ਪ੍ਰਵਿਰਤੀਆਂ ਵਾਲੇ ਇਨਸਾਨ ਜਿਹੜੇ ਹੈਗੇ ਆ, ਮਨੁੱਖ ਆ, ਉਹ ਇਸ ਮੈਡੀਸਨ ਨੂੰ ਵਰਤ ਸਕਦੇ ਆ ਔਰ ਆਪਣੀਆਂ ਬਿਮਾਰੀਆਂ ਤੋਂ ਉਹ ਨਿਜਾਤ ਪਾ ਸਕਦੇ। ਵੈਸੇ ਤਾਂ ਸੰਜੀਵ ਜੀ ਤੁਸੀਂ ਜਿੱਦਾਂ ਦੱਸਿਆ ਕਿ 19 ਤਰ੍ਹਾਂ ਦੇ ਤੇਲ ਪਾਏ ਗਏ ਨੇ ਔਰ ਵੱਖਰੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਵੱਖਰੇ ਤੇਲ ਉਹਨਾਂ ਵਿੱਚ ਹਨ, ਜਿਹੜੇ ਕਿ ਉਹ ਜਿਸ ਤਰ੍ਹਾਂ ਤੁਹਾਡੇ ਦੱਸਣ ਮੁਤਾਬਕ ਸਾਡੇ ਦਰਸ਼ਕ ਵੀ ਉਸ ਨੂੰ ਸਮਝ ਲੈਣਗੇ ਵੀ ਉਹ ਆਪਣੇ ਤਰੀਕੇ ਨਾਲ ਅਸਰ ਕਰਦੇ ਨੇ। ਤੇ ਜੇ ਸੰਜੀਵ ਜੀ ਗੱਲ ਕਰੀਏ, ਜਿਸ ਤਰ੍ਹਾਂ ਕਿ ਵੈਸੇ ਤਾਂ ਇਨਸਾਨੀ ਸਰੀਰ ਇੱਦਾਂ ਦਾ ਹੈ, ਉਹਨੂੰ ਕੋਈ ਨਾ ਕੋਈ ਪ੍ਰੋਬਲਮ ਆਈ ਰਹਿੰਦੀ ਹੈ। ਜੇ ਹੋਰ ਨਾ ਕੁਛ ਹੋਇਆ ਤਾਂ ਕਈ ਖੰਘ ਲੱਗ ਗਈ ਜਾਂ ਪੇਟ ਦਰਦ, ਇਹ ਨਾਰਮਲ ਚੀਜ਼ਾਂ ਨੇ ਜਿਹੜੀਆਂ ਕਿ ਆਮ ਡੇਲੀ ਰੂਟੀਨ ਦੇ ਵਿੱਚ ਇਸ ਇਨਸਾਨੀ ਸਰੀਰ ਨੂੰ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ। ਤੇ ਕੀ ਜੇ ਕਿਸੇ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੈ ਜਾਂ ਕੋਈ ਪ੍ਰੋਬਲਮ ਨਹੀਂ ਹੈ, ਕਿ ਇਹ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਦੇਸ਼ ਦੇ ਵਿੱਚ ਕਰੋਨਾ ਮਹਾਂਮਾਰੀ ਨੇ ਵੀ ਦਸਤਕ ਦਿੱਤੇ ਤੇ ਪ੍ਰੋਬਲਮਾਂ ਬੜੀਆਂ ਵਧੀਆਂ, ਜਿਸ ਤਰ੍ਹਾਂ ਕਿ ਹੁਣ ਕੁਛ ਫਰਕ ਹੈਗਾ, ਕਰੋਨਾ ਮਹਾਂਮਾਰੀ ਘਟੀ ਹੈ, ਤੇ ਕੀ ਇਹ ਇਮਿਊਨਿਟੀ ਨੂੰ ਵੀ ਵਧਾਉਂਦੀ ਹੈ? ਜੀ ਬਿਲਕੁਲ, ਇਮਿਊਨਿਟੀ ਸਿਸਟਮ ਨੂੰ ਇਹ ਇਨਕਰੀਜ਼ ਕਰਦੀ ਹੈਗੀ ਆ। ਜਿਸ ਵੀ ਕਿਸੇ ਵਿਅਕਤੀ ਨੂੰ ਕੋਈ ਛੋਟੀ ਮੋਟੀ ਜਾਂ ਗੰਭੀਰ ਬਿਮਾਰੀ ਨਹੀਂ ਵੀ ਹੈਗੀ, ਉਹ ਵਿਅਕਤੀ ਵੀ ਇਹਨੂੰ ਇਸਤੇਮਾਲ ਕਰ ਸਕਦਾ ਹੈ ਤਾਂ ਕਿ ਉਹ ਭਵਿੱਖ ਦੇ ਵਿੱਚ ਬਿਮਾਰੀਆਂ ਤੋਂ ਬਚ ਸਕੇ। ਕਿਉਂਕਿ ਇਹ ਆਯੁਰਵੇਦ ਹੈ ਔਰ ਆਯੁਰਵੇਦ ਦੇ ਵਿੱਚ ਸਾਨੂੰ ਜਿਹੜੀ ਵੀ ਚੀਜ਼ ਕੁਦਰਤ ਵੱਲੋਂ ਮਿਲਦੀ ਹੈ ਉਹਦਾ ਸਾਡੇ ਸਰੀਰ ਦੇ ਉੱਤੇ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ। ਸੋ ਇਹਨੂੰ ਤੰਦਰੁਸਤ ਵਿਅਕਤੀ ਹੈ ਜਿਹੜਾ ਉਹ ਵੀ ਵਰਤ ਸਕਦਾ ਹੈਗਾ। ਸਿਰਫ 3 ਪ੍ਰਕਾਰ ਦੇ ਲੋਕ ਇਸ ਮੈਡੀਸਨ ਨੂੰ ਅਸੀਂ ਉਹਨਾਂ ਨੂੰ ਸੁਜੈਸਟ ਨਹੀਂ ਕਰਦੇ। ਇੱਕ 5 ਸਾਲ ਤੋਂ ਛੋਟਾ ਬੱਚਾ, ਅਸੀਂ 5 ਸਾਲ ਤੋਂ ਉੱਤੇ ਜਦੋਂ ਬੱਚਾ ਹੋ ਜਾਂਦਾ ਉਹਨੂੰ ਸੁਜੈਸਟ ਕਰਦੇ ਹਾਂ। ਪ੍ਰੈਗਨੈਂਟ ਲੇਡੀਜ਼, ਕਿਉਂਕਿ ਉਹ ਨਾਭੀ ਦੇ ਨਾਲ ਜੁੜਿਆ ਹੁੰਦਾ ਹੈਗਾ ਆ, ਅਤੇ ਕੋਈ ਵੀ ਚੀਜ਼ ਅਗਰ ਮਾਂ ਲੈਂਦੀ ਹੈਗੀ ਆ, ਯੂਜ਼ ਕਰਦੀ ਆ, ਤਾਂ ਉਹਦਾ ਅਸਰ ਬੱਚੇ 'ਤੇ ਹੁੰਦਾ।
ਸੋ ਪ੍ਰੈਗਨੈਂਟ ਲੇਡੀ ਨੇ ਯੂਜ਼ ਨਹੀਂ ਕਰਨੀ ਹੁੰਦੀ। ਔਰ ਜਿਹੜੀ ਨਰਸਿੰਗ ਮਦਰ ਹੈ, ਜਿਹੜੀ ਬੱਚੇ ਨੂੰ ਦੁੱਧ ਪਿਲਾ ਰਹੀ, ਮਦਰ ਫੀਡ ਦੇ ਰਹੀ ਲੇਡੀ ਹੈਗੀ ਆ, ਉਹਨੇ ਮੈਡੀਸਨ ਯੂਜ਼ ਨਹੀਂ ਕਰਨੀ ਹੁੰਦੀ, ਕਿਉਂਕਿ ਉਹ ਵੀ ਜੋ ਵੀ ਬੱਚਾ ਜਿਹੜਾ ਅਗਰ ਦੁੱਧ ਪੀ ਰਿਹਾ ਅਤੇ ਮਾਂ ਜਿੱਦਾਂ ਦੀ ਵੀ ਖੁਰਾਕ ਲੈਂਦੀ ਹੈਗੀ ਆ, ਉਹਦਾ ਅਸਰ ਬੱਚੇ 'ਤੇ ਹੁੰਦਾ ਹੈਗਾ। ਸੋ ਇਹ ਤਿੰਨਾਂ ਨੂੰ ਛੱਡ ਕੇ ਬਾਕੀ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਨੇਵਲ ਅੰਮ੍ਰਿਤ ਨੂੰ ਯੂਜ਼ ਕਰ ਸਕਦਾ ਹੈ। ਬਿਲਕੁਲ ਸਹੀ ਕਿਹਾ ਸੰਜੀਵ ਜੀ। ਜਦੋਂ ਤੁਸੀਂ ਕੁਦਰਤ ਦੀ ਗੱਲ ਕਰਦੇ ਹੋ ਤੇ ਕੁਦਰਤ ਤਾਂ ਕਦੀ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੀ, ਤੇ ਕੁਦਰਤ ਦੇ ਤਰੀਕੇ ਨਾਲ ਹੀ, ਜਿਸ ਤਰ੍ਹਾਂ ਦੱਸਿਆ ਵੀ ਕੁਦਰਤੀ ਤੇਲਾਂ ਨਾਲ ਹੀ ਇਹ ਚੀਜ਼ ਤੁਸੀਂ ਦਵਾਈ ਬਣਾਈ ਹੈ। ਤੇ ਸਾਡੇ ਵਿੱਚ ਮੌਜੂਦ ਨੇ ਹਰਦੀਪ ਦੀਪਾ ਜੀ, ਜੋ ਇਸ ਕੰਪਨੀ ਦੇ ਨੇਵਲ ਅੰਮ੍ਰਿਤ ਦੇ ਮੈਨੇਜਿੰਗ ਡਾਇਰੈਕਟਰ ਨੇ। ਆਓ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਾਉਂਦੇ ਹਾਂ। ਹਰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ? ਠੀਕ ਹੋ? ਹਰਦੀਪ ਜੀ, ਜਿਸ ਤਰ੍ਹਾਂ ਸੰਜੀਵ ਜੀ ਨੇ ਦੱਸਿਆ ਕਿ ਇਹ ਦਵਾਈ ਇਸ ਤਰ੍ਹਾਂ 19 ਤੇਲਾਂ ਨਾਲ ਬਣਾਈ ਗਈ ਹੈ ਔਰ ਤੁਸੀਂ ਇਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹੋ, ਇਹ ਤੁਹਾਡੇ ਮਾਈਂਡ ਦੇ ਵਿੱਚ ਆਈਡੀਆ ਕਿਸ ਤਰ੍ਹਾਂ ਆਇਆ ਔਰ ਕਿਸ ਤਰ੍ਹਾਂ ਇਹ ਸੋਚ ਲੈ ਕੇ ਤੁਸੀਂ ਵੱਧ ਰਹੇ ਹੋ? ਇੱਕ ਗੱਲ ਮੈਂ ਸਰ ਦੱਸਣਾ ਚਾਹੁੰਦਾ, ਜਿੱਦਾਂ ਸਰ ਸੰਜੀਵ ਭਾਜੀ ਨੇ ਤੁਹਾਨੂੰ ਇੱਕ ਗੱਲ ਦੱਸੀ ਕਿ ਕੁਦਰਤ ਦੀਆਂ ਦਿੱਤੀਆਂ ਚੀਜ਼ਾਂ, ਅਸੀਂ ਆਪਣੇ ਬਜ਼ੁਰਗਾਂ ਤੋਂ ਇੱਕ ਗੱਲ ਸੁਣਦੇ ਆਏ ਸੀ ਕਿ ਧੁੰਨੀ 'ਚ ਤੇਲ ਲਾ ਲਓ, ਬੁੱਲ ਫਟਣੇ ਹਟ ਜਾਂਦੇ ਆ, ਜਾਂ ਧੁੰਨੀ 'ਚ ਤੇਲ ਲਾ ਲਓ, ਆਹ ਚੀਜ਼ ਦੀ ਪ੍ਰੋਬਲਮ ਹਟੇ। ਉਹ ਮਾਈਂਡ ਹੀ ਕਿਤੇ ਨਾ ਕਿਤੇ ਕਲਿੱਕ ਕਰ ਗਿਆ ਕਿ ਯਾਰ ਹਾਂ, ਇਹ ਕੁਦਰਤ ਨਾਲ ਚੀਜ਼ ਹੈ, ਕੁਦਰਤ ਦੀ ਦਿੱਤੀ ਹੋਈ ਚੀਜ਼ ਸਾਨੂੰ ਜੇ ਇਫੈਕਟ ਨਹੀਂ ਕਰੂਗਾ ਤਾਂ ਸਾਈਡ ਇਫੈਕਟ ਵੀ ਨਹੀਂ ਕਰੂਗੀ। ਸੋ ਅਸੀਂ ਇਸ ਚੀਜ਼ ਨੂੰ ਜਦੋਂ ਸਾਰੀ ਟੀਮ ਬੈਠੀ ਆ, ਅਸੀਂ ਇਸ ਚੀਜ਼ 'ਤੇ ਕੰਮ ਕਰਨਾ ਸ਼ੁਰੂ ਕੀਤਾ, ਸਾਨੂੰ ਰਿਜ਼ਲਟ ਦੇਖਣ ਨੂੰ ਮਿਲੇ। ਜਦੋਂ ਰਿਜ਼ਲਟ ਦੇਖਣ ਨੂੰ ਮਿਲੇ ਫਿਰ ਅਸੀਂ ਇਸ ਚੀਜ਼ ਨੂੰ ਇੱਕ ਰੂਪ ਦੇ ਦਿੱਤਾ ਨੇਵਲ ਅੰਮ੍ਰਿਤ ਦਾ, ਨਾਭੀ ਅੰਮ੍ਰਿਤ ਦਾ। ਠੀਕ ਹੈ ਜੀ। ਸੋ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਕੁਦਰਤ ਦੀ ਦਿੱਤੀ ਹੋਈ ਦੇਣ ਲੋਕਾਂ 'ਚ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਜੇ ਹਰਦੀਪ ਜੀ ਗੱਲ ਕਰੀਏ, ਜਿਸ ਤਰ੍ਹਾਂ ਕਿ ਇਹ ਦਵਾਈ ਤੁਸੀਂ ਕਿਸ ਤਰ੍ਹਾਂ ਤਿਆਰ ਕਰਦੇ ਹੋ ਕਿ ਜਾਂ ਕਿਤੋਂ ਕਰਾਉਂਦੇ ਹੋ, ਤੇ ਜਾਂ ਫਿਰ ਜੇ ਗੱਲ ਕਰੀਏ ਇਹਦੇ ਲਈ ਤੁਸੀਂ ਜਿੱਦਾਂ ਹੁਣ ਕੁਝ ਸਰਕਾਰ ਦੀਆਂ ਵੀ ਸਰਟੀਫਿਕੇਸ਼ਨ ਹੁੰਦੇ ਨੇ, ਉਹਦੇ ਲਈ ਤੁਸੀਂ ਸਾਰੀ ਤਰ੍ਹਾਂ ਨਾਲ ਪੂਰੀ ਤਰ੍ਹਾਂ ਆਪਣਾ ਕਾਰਵਾਈ ਕਰ ਚੁੱਕੇ ਹੋ? ਬਿਲਕੁਲ ਜੀ। ਕੋਈ ਵੀ ਮੈਡੀਸਨ ਜਦੋਂ ਆਯੁਰਵੈਦਾ ਦੇ ਵਿੱਚ ਕੋਈ ਮੈਡੀਸਨ ਆਉਂਦੀ ਆ ਤਾਂ ਸਾਨੂੰ ਆਯੂਸ਼ ਡਿਪਾਰਟਮੈਂਟ ਹੈਗਾ ਸਾਡਾ, ਉਹਦੇ ਤੋਂ ਇਹਨੂੰ ਪ੍ਰਮਾਣਿਤ ਕਰਾਉਣਾ ਪੈਂਦਾ, ਉਹਨੂੰ ਉੱਤੋਂ ਪਾਸ ਕਰਾਉਣਾ ਪੈਂਦਾ। ਸੋ ਅਸੀਂ ਉਹ ਸਾਰੀ ਲੀਗਲ ਇਨਫੋਰਮੇਸ਼ਨ ਜਿਹੜੀ ਸੀਗੀ ਪਹਿਲਾਂ ਦਿੱਤੀ ਆਯੂਸ਼ ਮੰਤਰਾਲੇ ਨੂੰ, ਉਹਨਾਂ ਨੇ ਸਾਨੂੰ ਇਹ ਪ੍ਰੋਪਰ ਪਾਸ ਕਰਕੇ ਦਿੱਤਾ। ਸਾਡੀ ਭਾਈਵਾਲ ਕੰਪਨੀ ਹੈਗੀ NV ਫਾਰਮਾਸਿਊਟੀਕਲ, ਉਹਦੇ ਸਾਡੀ ਫਾਰਮਾਸਿਊਟੀਕਲ ਦੇ ਵਿੱਚ ਇਹ ਚੀਜ਼ ਰੈਡੀ ਹੁੰਦੀ ਹੈਗੀ ਆ, ਫਿਰ ਸਾਡੀ ਬੰਗੇ ਦੇ ਵਿੱਚ ਅਸੀਂ ਇਹਨੂੰ ਡਿਸਕਲੋਜ਼ ਕਰ ਦਿੰਦੇ ਹਾਂ। NB ਫਾਰਮਾਸਿਊਟੀਕਲ ਦੇ ਵਿੱਚ ਇਹ ਤੁਹਾਡੀ ਦਵਾਈ ਤਿਆਰ ਹੁੰਦੀ ਹੈ, ਤੇ ਉਹਦੇ ਵਿੱਚ ਫਿਰ ਜਿਹੜੀ ਇਹ ਜਿਸ ਤਰ੍ਹਾਂ ਤੁਸੀਂ ਸੰਜੀਵ ਜੀ ਨੇ ਦੱਸਿਆ ਵੀ 19 ਤਰ੍ਹਾਂ ਦੇ ਤੇਲ ਯੂਜ਼ ਕਰਦੇ ਹੋ, ਤੇ ਉਹ ਫਿਰ ਉਹਦੇ ਲਈ ਕੀ ਕੋਈ ਤੁਹਾਡੀ ਕੋਈ ਰਿਸਰਚ ਟੀਮ ਹੈ? ਜੀ ਬਿਲਕੁਲ, ਬਕਾਇਦਾ ਸਾਡੀ ਡਾਕਟਰਸ ਟੀਮ ਹੈਗੀ ਆ, ਡਾਕਟਰ ਟੀਮ ਹੀ ਕਰਦੀ ਹੁੰਦੀ ਆ। ਕੋਈ ਵੀ ਬੰਦਾ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ। ਪ੍ਰੋਪਰ ਡਾਕਟਰਾਂ ਦਾ ਇੱਕ ਪੈਨਲ ਹੈ ਜੀ, ਜੋ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ, ਉਹਦੇ ਮੁਤਾਬਕ ਹੀ ਡਾਕਟਰ ਇਹਨੂੰ ਰਿਕਮੈਂਡ ਕਰਦੇ ਆ। ਫਾਰਮੂਲਾ ਪਾਸ ਹੋਇਆ ਆ, ਪੰਜਾਬ ਸਰਕਾਰ ਨੇ ਪਾਸ ਕਰਕੇ ਸਾਨੂੰ ਇਹਦਾ ਦਿੱਤਾ ਆ, ਉਸੇ ਮੁਤਾਬਕ ਹੀ ਇਹ ਮੈਡੀਸਨ ਤਿਆਰ ਹੁੰਦੀ, ਨਾ ਕੁਝ ਵੱਧ ਹੁੰਦਾ ਤੇ ਨਾ ਕੁਝ ਘੱਟ ਹੁੰਦਾ ਇਹਦੇ 'ਚ। ਇਹ ਤਾਂ ਹਰਦੀਪ ਜੀ ਗੱਲ ਹੋਈ, ਜਿਸ ਤਰ੍ਹਾਂ ਕਿ ਜੇ ਤੁਸੀਂ ਵੀ ਆਪਣੇ ਪ੍ਰੋਡਕਟ ਬਾਰੇ ਦੱਸ ਰਹੇ ਹੋ, ਨੇਵਲ ਅੰਮ੍ਰਿਤ ਬਾਰੇ ਦੱਸ ਰਹੇ ਹੋ, ਔਰ ਬਾਕੀ ਸੰਜੀਵ ਜੀ ਨੇ ਵੀ ਦੱਸਿਆ ਹੈ, ਔਰ ਜਿਸ ਤਰ੍ਹਾਂ ਕਿ ਅਸੀਂ ਸੁਣਿਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਤੁਹਾਡੇ ਜਿਹੜੇ ਪੇਸ਼ੈਂਟ ਨੇ ਉਹ ਵੀ ਇਹਦੀ ਬੜੀ ਤਾਰੀਫ ਕਰ ਰਹੇ ਨੇ, ਕਿਉਂਕਿ ਜਿਹੜੀ ਅਸਲੀ ਤਾਰੀਫ ਤਾਂ ਉਹਨਾਂ ਬਿਮਾਰ ਲੋਕਾਂ ਤੋਂ ਹੀ ਪਤਾ ਲੱਗਣੀ ਹੈ ਜਿਨ੍ਹਾਂ ਨੇ ਇਸ ਨੂੰ ਯੂਜ਼ ਕਰਨ ਤੋਂ ਬਾਅਦ ਉਹਦੇ ਅਸਰ ਦੇਖੇ ਨੇ। ਤੇ ਜੇ ਆਪਾਂ ਗੱਲ ਨੂੰ ਥੋੜ੍ਹੇ ਹੋਰ ਪਾਸੇ ਲੈ ਕੇ ਜਾਈਏ, ਜਿਸ ਤਰ੍ਹਾਂ ਹਰਦੀਪ ਜੀ ਪਤਾ ਲੱਗਾ ਹੈ ਵੀ ਤੁਸੀਂ ਇੱਕ ਸਿੰਗਰ ਵੀ ਹੋ ਔਰ ਗਾਉਂਦੇ ਵੀ ਰਹੇ ਹੋ, ਔਰ ਬੜੇ ਬੜੇ ਸਿੰਗਰਾਂ ਨਾਲ ਤੁਹਾਡੇ ਗੀਤ ਵੀ ਸੁਣਨ ਨੂੰ ਮਿਲੇ ਪੁਰਾਣੇ ਸਮੇਂ ਦੇ ਵਿੱਚ, ਤੇ ਫਿਰ ਇਹ ਸਿੰਗਿੰਗ ਲਾਈਨ ਵੀ ਵਧੀਆ ਲਾਈਨ ਸੀਗੀ, ਉੱਧਰੋਂ ਛੱਡ ਕੇ ਤੁਸੀਂ ਇੱਧਰ ਕਿੱਦਾਂ ਤੁਹਾਡੀ ਸੋਚ ਬਣੀ? ਦੇਖੋ, ਜਦੋਂ ਗਾਇਕੀ ਦੀ ਗੱਲ ਕੀਤੀ ਜਾਵੇ, ਗਾਇਕੀ ਵੀ ਇੱਕ ਸੇਵਾ ਹੁੰਦੀ ਆ, ਪਰ ਅੱਜ ਕੱਲ੍ਹ ਦੇ ਗਾਇਕ ਸੇਵਾ ਘੱਟ ਕਰਦੇ, ਮੇਵਾ ਜ਼ਿਆਦਾ ਲੈਂਦੇ ਆ। ਸੋ ਉਹ ਚੀਜ਼ ਕਿਤੇ ਨਾ ਕਿਤੇ ਖਟਕੀ ਕਿ ਨਹੀਂ, ਜੇ ਸੇਵਾ ਹੀ ਕਰਨੀ ਆ ਤਾਂ ਆਯੁਰਵੈਦਾ ਵੀ ਵਧੀਆ ਚੀਜ਼ ਆ, ਜਾਂ ਕੋਈ ਹੋਰ ਸੇਵਾ। ਮੈਂ ਐਜ਼ ਏ ਸਰਪੰਚ ਰਿਹਾ ਜੀ ਪਿੰਡ ਦਾ, ਪੰਜਾਬ ਦਾ ਸਭ ਤੋਂ ਛੋਟੀ ਉਮਰ 'ਚ ਸਰਪੰਚ ਰਿਹਾ। ਉੱਧਰ ਨੂੰ ਗਏ, ਉੱਧਰ ਵੀ ਲੱਗਾ ਕਿ ਠੀਕ ਆ ਯਾਰ, ਚੰਗੀ ਗੱਲ ਆ, ਪਰ ਉੱਥੇ ਵੀ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਆ, ਰਾਜਨੀਤੀ ਆ, ਕੁਛ ਨਾ ਕੁਛ ਹੈਗਾ। ਇਸ ਕਰਕੇ ਇਹ ਚੀਜ਼ ਚੰਗੀ ਲੱਗੀ ਕਿ ਇੱਧਰ ਨੂੰ ਆ ਗਏ ਆ। ਅੱਜ ਬਹੁਤ ਸਕੂਨ ਹੁੰਦਾ ਜਦੋਂ ਕੋਈ ਪੇਸ਼ੈਂਟ ਕਹਿੰਦਾ ਯਾਰ ਮੇਰੀ ਸ਼ੂਗਰ ਠੀਕ ਹੋ ਗਈ। ਸਭ ਤੋਂ ਵੱਡੀ ਖੁਸ਼ੀ ਇੱਕ ਚੀਜ਼ ਦੀ ਇਸ ਮਹਿਸੂਸ ਹੁੰਦੀ ਆ, ਜਦੋਂ ਕੋਈ ਮੰਜੇ 'ਤੇ ਪਿਆ ਉੱਠ ਕੇ ਤੁਰ ਕੇ ਤੁਹਾਡੇ ਤੱਕ ਆ ਜਾਏ, ਫਿਰ ਲੱਗਦਾ ਕਿ ਤੁਸੀਂ ਜ਼ਿੰਦਗੀ 'ਚ ਕੁਛ ਚੰਗਾ ਕੰਮ ਕਰ ਚੱਲੇ ਆ। ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿ ਅਗਲਾ ਸਬਜੈਕਟ ਕੀ ਹੈ, ਠੀਕ ਹੈ ਜੀ, ਅਗਲਾ ਦਿਨ ਦਾ ਕੀ ਹੈ, ਕੋਈ ਪਤਾ ਨਹੀਂ। ਜੇ ਦੁਨੀਆ 'ਚੋਂ ਜਾਵਾਂਗੇ ਤਾਂ 10 ਕੁ ਬੰਦੇ ਕਹਿਣਗੇ ਨਹੀਂ ਯਾਰ ਕੁਛ ਤਾਂ ਕਰਕੇ ਗਿਆ ਬੰਦਾ ਦੁਨੀਆ 'ਚ। ਸੋ ਉਹ ਚੀਜ਼ ਕਿਤੇ ਨਾ ਕਿਤੇ ਸੀ, ਸੇਵਾ ਦਾ ਮਕਸਦ ਸੀ, ਸੇਵਾ ਵੱਲ ਨੂੰ ਹੋ ਗਏ।
ਜੇ ਦੀਪਕ ਜੀ ਵਾਪਸ ਆਈਏ ਨਾ ਆਪਣਾ ਤੁਹਾਡੇ ਨੇਵਲ ਅੰਮ੍ਰਿਤ ਤੇ ਵੈਸੇ ਤਾਂ ਅਸੀਂ ਤੁਹਾਡੇ ਆਯੁਰਵੇਦਾ ਸੈਂਟਰ ਜਿਹੜਾ ਗੜਸ਼ੰਕਰ ਰੋਡ ਮੰਗਾ ਤੇ ਹੈ, ਅਸੀਂ ਦੇਖਿਆ ਵੀ ਉੱਥੇ ਕਾਫੀ ਤੁਹਾਡੇ ਮਰੀਜ਼ ਪਹੁੰਚਦੇ ਨੇ ਔਰ ਸਵੇਰੇ ਹੀ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ। ਤੇ ਜੇ ਗੱਲ ਕਰੀਏ ਵੀ ਫਿਰ ਜਿਸ ਵੀ ਮਰੀਜ਼ ਨੂੰ ਇਸ ਦਵਾਈ ਦੀ ਲੋੜ ਪੈਂਦੀ ਹੈ, ਕੀ ਉਹਨਾਂ ਨੂੰ ਇੱਥੇ ਪਹੁੰਚਣਾ ਪੈਂਦਾ ਜਾਂ ਉਹਦੇ ਲਈ ਕੁਛ ਤੁਸੀਂ ਨੈਟਵਰਕ ਜਾਂ ਕੋਈ ਡਿਸਟ੍ਰੀਬਿਊਟਰ ਹੋਰ ਵੀ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਬਣਾਏ ਨੇ? ਜੀ ਬਿਲਕੁਲ, ਅਸੀਂ ਹਰ ਸ਼ਹਿਰ ਦੇ ਵਿੱਚ ਆਪਣਾ ਇੱਕ ਡਿਸਟ੍ਰੀਬਿਊਟਰ ਬਣਾ ਦਿੱਤਾ ਆ। ਜਿਹੜੇ ਰਹਿੰਦੇ ਸ਼ਹਿਰ ਉਹਨਾਂ ਦੇ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਤਾਂ ਜੋ ਪਬਲਿਕ ਨੂੰ ਪ੍ਰੋਬਲਮ ਨਾ ਆਵੇ। ਨਾਲ ਦੀ ਨਾਲ ਅਸੀਂ ਆਪਣਾ ਕਾਲ ਸੈਂਟਰ ਵੀ ਸਟਾਰਟ ਕਰਨ ਜਾ ਰਹੇ ਹਾਂ ਕਿ ਉਹਨਾਂ ਨੂੰ ਹੈਲਪ ਉੱਥੇ ਦਿੱਤੀ ਜਾਊਗੀ ਕਿ ਮੈਡੀਸਨ ਉੱਥੋਂ ਲੈ ਲਿਆ ਜਾਵੇ ਸਾਡੇ ਸੈਂਟਰ ਤੋਂ, ਕੀ ਉਹਨਾਂ ਨੂੰ ਪ੍ਰੀਕਾਸ਼ਨ ਲੈਣੇ ਹੈਗੇ ਆ, ਕੀ ਉਹਨਾਂ ਨੂੰ ਮਤਲਬ ਆਪਾਂ ਪਰਹੇਜ਼ ਕਰਵਾਉਣੇ ਹੈਗੇ ਆ, ਉਹ ਸਾਰੇ ਸਾਡੀ ਕਾਲ ਸੈਂਟਰ ਨਾਲ ਦੀ ਨਾਲ ਦੱਸਦੀ ਜਾਏਗੀ। ਜੀ ਦੀਪਾ ਜੀ, ਜਿਸ ਤਰ੍ਹਾਂ ਜੇ ਗੱਲ ਕਰੀਏ ਜਿਸ ਤਰ੍ਹਾਂ ਕਿ ਇੱਕ ਹੀ ਆਪਾਂ ਬਿਮਾਰੀ ਦਾ ਨਾਂ ਲਈਏ, ਜੇ ਸ਼ੂਗਰ ਦੀ ਗੱਲ ਲੈ ਲਈਏ ਤਾਂ ਸ਼ੂਗਰ ਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਸਮੱਸਿਆ ਬਣੀ ਹੋਈ ਹੈ ਅਤੇ ਉਹਦੇ ਇਲਾਜ ਲਈ ਵੀ ਜੇ ਅਸੀਂ ਦੇਖਿਆ ਵੀ ਮਰੀਜ਼ਾਂ ਨੂੰ ਦਵਾਈ ਬੜੀ ਰੈਗੂਲਰ ਲੈਣੀ ਪੈਂਦੀ ਹੈ। ਜੇ ਇੰਸੂਲੇਸ਼ਨ ਦੀ ਗੱਲ ਕਰੀਏ ਉਹਦੇ 'ਚ ਵੀ ਖਰਚੇ ਕਾਫੀ ਹੁੰਦੇ ਨੇ। ਜੇ ਤੁਹਾਡੀ ਇਸ ਦਵਾਈ ਨੇਵਲ ਅੰਮ੍ਰਿਤ ਦੀ ਆਪਾਂ ਗੱਲ ਕਰੀਏ, ਇਹਦੇ ਰੇਟ ਵਗੈਰਾ ਜਾਂ ਕੀ ਇਹ ਹਰ ਗਰੀਬ ਅਮੀਰ ਦੀ ਪਹੁੰਚ ਦੇ ਵਿੱਚ ਹੈ, ਹਰ ਬੰਦਾ ਇਹਨੂੰ ਵਰਤ ਸਕਦਾ ਹੈ? ਦੇਖੋ, ਮੈਂ ਪਹਿਲਾਂ ਗੱਲ ਕੀਤੀ ਸੀ ਸੇਵਾ ਦੀ। ਸੋ ਜਿਸ ਦਿਨ ਅਸੀਂ ਇਸ ਚੀਜ਼ ਲਈ ਬੈਠੇ ਸੀ ਉੱਥੇ ਅਸੀਂ ਇੱਕ ਗੱਲ ਕੀਤੀ ਸੀ ਕਿ ਇਹ ਆਮ ਲੋਕਾਂ ਦੀ ਚੀਜ਼ ਹੈਗੀ ਆ, ਕੁਦਰਤ ਨੇ ਸਾਨੂੰ ਦਿੱਤੀ ਹੈ। ਇਹਦੇ ਵਿੱਚ ਜਿਹੜੇ ਵੀ ਆਇਲਸ ਹੈਗੇ ਆ ਉਹ ਜਾਂ ਫਰੂਟਸ ਤੋਂ ਬਣਿਆ ਹੋਇਆ ਹੈਗਾ ਆ, ਉਹ ਚੀਜ਼ਾਂ ਸਾਰੀਆਂ ਕੁਦਰਤ ਨੇ ਸਾਨੂੰ ਫ੍ਰੀ ਦਿੱਤੀਆਂ। ਠੀਕ ਹੈ, ਉਹਨੂੰ ਪ੍ਰੋਸੈਸ ਕਰਨੇ ਨੂੰ ਪੈਸਾ ਲੱਗਦਾ ਆ, ਉਹਨੂੰ ਫ੍ਰੀ 'ਚੋਂ ਅਸੀਂ ਕੀ ਕੀਤਾ, ਇਹਦੀ ਜਿਹੜੀ ਕੀਮਤ ਰੱਖੀ ਆ ਸਿਰਫ 1650 ਰੁਪਈਏ 6 ਮਹੀਨੇ ਦੀ ਮੈਡੀਸਨ ਆ। ਮੀਨਸ ਕਿ ਜੇ ਇੱਕ ਦਿਨ ਦੀ ਅਸੀਂ ਕੋਸਟ ਕੱਢਦੇ ਹਾਂ ਤਾਂ 9 ਰੁਪਈਏ ਕੋਸਟ ਪੈਂਦੀ ਇੱਕ ਦਿਨ ਦੀ। ਇਸ ਕਰਕੇ ਮੈਨੂੰ ਲੱਗਦਾ ਕਿ ਸਾਰਿਆਂ ਦੇ ਬਜਟ ਵਿੱਚ ਹੋਊਗੀ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 1600 ਕੁਝ ਰੁਪਏ ਇਹਦੀ ਕੀਮਤ ਹੈਗੀ ਹੈ, ਅਤੇ ਫਿਰ ਜਿਸ ਤਰ੍ਹਾਂ ਵੱਖਰੇ ਵੱਖਰੇ ਮਰੀਜ਼ਾਂ ਲਈ ਇਹ ਵਰਤੀ ਜਾਂਦੀ ਹੈ ਅਤੇ ਉਹਦੇ ਲਈ ਫਿਰ ਤੁਸੀਂ ਕੀ ਆਸ਼ਵਾਸਨ ਕੀ ਦਿੰਦੇ ਹੋ ਆਪਣੇ ਮਰੀਜ਼ਾਂ ਨੂੰ? ਦੇਖੋ, ਅਸੀਂ ਆਪਣੇ ਪੇਸ਼ੈਂਟ ਨੂੰ ਇੱਕ ਗੱਲ ਕਹਿੰਦੇ ਹਾਂ ਕਿ ਪਰਹੇਜ਼ ਬਹੁਤ ਜ਼ਰੂਰੀ ਹੈ। ਕੋਈ ਵੀ ਮੈਡੀਸਨ ਆ, ਜੇ ਆਯੁਰਵੈਦਾ ਦੀ ਜ਼ਰੂਰੀ ਨਹੀਂ ਨੇਵਲ ਅੰਮ੍ਰਿਤ, ਦੁਨੀਆ 'ਚ ਕੋਈ ਵੀ ਆਯੁਰਵੈਦਿਕ ਮੈਡੀਸਨ ਲੈਣੀ ਉਹਦੇ ਲਈ ਪਰਹੇਜ਼ ਤੁਹਾਡੀ ਪਹਿਲ ਹੈ। ਜੇਕਰ ਆਪਾਂ ਪਰਹੇਜ਼ ਨਹੀਂ ਕਰਦੇ ਤਾਂ ਮੈਂ ਕਹੂੰਗਾ ਨੇਵਲ ਅੰਮ੍ਰਿਤ ਵੀ ਨਾ ਲਓ, ਚਾਹੇ ਕੋਈ ਹੋਰ ਮੈਡੀਸਨ ਆ ਉਹ ਵੀ ਨਾ ਲਓ, ਤਾਂ ਤੁਸੀਂ ਠੀਕ ਨਹੀਂ ਹੋ ਸਕਦੇ। ਜੇ ਠੀਕ ਹੋਣਾ ਚਾਹੁੰਦੇ ਆ ਤਾਂ ਪਰਹੇਜ਼ ਜ਼ਰੂਰ ਹੈ ਤੁਹਾਡੇ ਲਈ। ਇਹ ਤਾਂ ਦੀਪਾ ਜੀ ਸਹੀ ਹੈ ਤੁਹਾਡੀ ਗੱਲ। ਜੇ ਇੱਕ ਸ਼ੂਗਰ ਦਾ ਮਰੀਜ਼ ਹੈ, ਜੇ ਉਹ ਰੋਜ਼ ਰਸਗੁੱਲੇ ਅਤੇ ਗੁਲਾਬ ਜਾਮੁਨ ਹੀ ਖਾਈ ਜਾਏਗਾ ਵੀ ਤਾਂ ਕੁਦਰਤੀ ਗੱਲ ਹੈ ਵੀ ਉਹ ਸ਼ੂਗਰ ਦਾ ਇਲਾਜ ਠੀਕ ਨਹੀਂ ਹੋਏਗਾ। ਅਤੇ ਜੇ ਸੰਜੀਵ ਜੀ ਤੁਹਾਡੇ ਨਾਲ ਗੱਲ ਕਰੀਏ, ਜਿਸ ਤਰ੍ਹਾਂ ਕਿ ਤੁਸੀਂ ਇਹਨੂੰ ਪੂਰੀ ਤਰ੍ਹਾਂ ਮੈਡੀਸਨ ਨੂੰ ਡੀਪਲੀ ਉਹਦੇ ਬਾਰੇ ਦਾ ਸਾਨੂੰ ਜਾਣਕਾਰੀ ਦਿੱਤੀ ਔਰ ਬਾਕੀ ਵੀ ਤੁਸੀਂ ਜਾਣਦੇ ਹੋ। ਜਿਸ ਤਰ੍ਹਾਂ ਸੰਜੀਵ ਜੀ ਆਪਾਂ ਕਈ ਵਾਰੀ ਦੇਖਣ 'ਚ ਆਉਂਦਾ ਹੈ ਵੀ ਜਿਹੜੀ ਐਲੋਪੈਥੀ ਹੈ ਉਹਦੇ ਡਾਕਟਰ ਕੁਝ ਹੋਰ ਕਹਿੰਦੇ ਨੇ, ਆਯੁਰਵੈਦਿਕ ਡਾਕਟਰ ਕੁਝ ਹੋਰ ਕਹਿੰਦੇ ਨੇ। ਜੇ ਗੱਲ ਕਰੀਏ ਜਿਸ ਤਰ੍ਹਾਂ ਕਿ ਇੱਕ ਧਰਨ ਦੀ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਅਤੇ ਉਹਦੇ ਵਿੱਚ ਜਿਹੜੇ ਐਲੋਪੈਥੀ ਡਾਕਟਰ ਨੇ ਉਹ ਕਹਿੰਦੇ ਧਰਨ ਕੋਈ ਚੀਜ਼ ਨਹੀਂ ਆ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਸਰ, ਐਲੋਪੈਥੀ 'ਚ ਅਸੀਂ ਅਗਰ ਗੱਲ ਕਰੀਏ ਤਾਂ ਉਹ ਤਾਂ ਨਾਭੀ ਨੂੰ ਕੋਈ ਚੀਜ਼ ਹੀ ਨਹੀਂ ਮੰਨਦੇ। ਜੇ ਆਪਾਂ ਇਸ ਤਰੀਕੇ ਦੇ ਨਾਲ ਦੇਖਿਆ ਜਾਵੇ ਅਤੇ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਜਾਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਧੁੰਨੀ 'ਚ ਬੂੰਦਾਂ ਪਾ ਕੇ ਕੋਈ ਮਰੀਜ਼ ਠੀਕ ਹੀ ਨਹੀਂ ਹੋ ਸਕਦਾ, ਲੇਕਿਨ ਸਾਨੂੰ ਰਿਜ਼ਲਟ ਮਿਲਦੇ ਪਏ ਆ। ਸੋ ਉਹਨਾਂ ਦੇ ਮੁਤਾਬਕ ਜਿਹੜੀ ਧਰਨ ਹੈਗੀ ਆ ਉਹ ਕੋਈ ਇੱਦਾਂ ਦੀ ਚੀਜ਼ ਨਹੀਂ ਹੁੰਦੀ। ਪਰ ਤੁਸੀਂ ਇੱਕ ਚੀਜ਼ ਖੁਦ ਵੀ ਦੇਖੀ ਹੋਣੀ ਆ, ਉਮਰ ਦੇ ਲਿਹਾਜ਼ ਦੇ ਨਾਲ ਜਦੋਂ ਕਿਸੇ ਦੀ ਧਰਨ ਪੈ ਜਾਂਦੀ ਹੈ ਉਹਨੂੰ ਨਾਭੀ ਖਿਸਕਣਾ ਕਹਿੰਦੇ ਆ ਕਿ ਨਾਭੀ ਇੱਧਰ ਉੱਧਰ ਹੋ ਜਾਂਦੀ ਆ ਥੋੜ੍ਹੀ ਬਹੁਤ। ਜਦੋਂ ਹੋ ਜਾਂਦੀ ਆ ਬੰਦੇ ਨੂੰ ਲੂਜ਼ ਮੋਸ਼ਨ ਹੁੰਦੇ, ਉਲਟੀਆਂ ਲੱਗ ਜਾਂਦੀਆਂ, ਕਈ ਵਾਰੀ ਪਿੱਠ 'ਚ ਦਰਦ ਹੋਣ ਲੱਗ ਪੈਂਦੀ ਆ, ਮਤਲਬ ਬੰਦਾ ਬੜਾ ਤੰਗ ਹੁੰਦਾ। ਉਹ ਪੁਰਾਣੀਆਂ ਬਜ਼ੁਰਗ ਔਰਤਾਂ ਕਈ ਪਿੰਡਾਂ ਦੇ ਵਿੱਚ ਹੁੰਦੀਆਂ ਜਿਹੜੀਆਂ ਮਲ ਕੇ ਧਰਨ ਸੈੱਟ ਕਰਦੀਆਂ ਹੈਗੀਆਂ। ਉਹ ਮਿਲਾ ਲਓ ਥੋੜ੍ਹਾ ਜਿਹਾ, ਜਦੋਂ ਸੈੱਟ ਹੋ ਜਾਂਦੀ ਹੈਗੀ ਆ ਅਤੇ ਬੰਦੇ ਨੂੰ ਲੂਜ਼ ਮੋਸ਼ਨ ਵੀ ਹਟ ਜਾਂਦੇ ਆ, ਉਹਨੂੰ ਉਲਟੀਆਂ ਵੀ ਹਟ ਜਾਂਦੀਆਂ। ਅਤੇ ਫਿਰ ਇੱਦਾਂ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਧਰਨਾਂ ਦੀ ਕੋਈ ਚੀਜ਼ ਨਹੀਂ ਹੈਗੀ? ਨਹੀਂ, ਉਹ ਦੇਖਣ 'ਚ ਵੀ ਸੰਜੀਵ ਜੀ ਆਇਆ, ਕਈ ਸਿਆਣੇ ਬਜ਼ੁਰਗ ਜਾਂ ਹਰ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਕਈ ਜਗ੍ਹਾ ਹੁੰਦੇ ਨੇ ਵੀ ਉਹ ਧਾਗੇ ਨਾਲ ਨਾਪਦੇ ਨੇ ਔਰ ਉਹ ਜਦੋਂ ਮਲ ਕੇ ਠੀਕ ਕਰਦੇ ਨੇ ਅਤੇ ਉਹ ਧਾਗੇ ਨਾਲ ਉਹ ਇਸ ਤਰ੍ਹਾਂ ਕੁਝ ਦੇਖਣ ਨੂੰ ਮਿਲਦਾ ਹੈ, ਉਹਦੇ ਬਾਰੇ? ਹਾਂਜੀ ਬਿਲਕੁਲ। ਐਕਚੁਅਲੀ ਜਦੋਂ ਧਰਨ ਜਿਹੜੀ ਹੈਗੀ ਹਿੱਲਦੀ ਹੈ ਨਾ ਅਤੇ ਉਹ ਧਾਗੇ ਦੇ ਨਾਲ ਇੱਕ ਪੈਰ ਦੇ ਅੰਗੂਠੇ ਨੂੰ ਆਪਾਂ ਧਾਗਾ ਘੁਮਾ ਕੇ ਉੱਥੋਂ ਲੈ ਕੇ ਆਪਾਂ ਨਾਭੀ ਤੱਕ ਮਿਲਣਾ ਹੁੰਦਾ, ਜਿੱਥੇ ਨਾਭੀ ਜਿਹੜੀ ਹੈਗੀ ਆ ਤੁਹਾਡੀ ਆਵਾਜ਼ ਦਿੰਦੀ ਹੋਵੇ। ਅਤੇ ਉਹੀ ਧਾਗਾ ਜਦੋਂ ਆਪਾਂ ਦੂਜੇ ਪਾਸੇ ਨੂੰ ਮਿਣਦੇ ਹਾਂ, ਅਗਰ ਧਰਨ ਪਈ ਹੋ ਆ ਅਤੇ ਉਹ ਧਾਗਾ ਵੱਡਾ ਛੋਟਾ ਹੋ ਜਾਏਗਾ। ਜੇ ਨੋਰਮਲ ਆ ਤਾਂ ਉਹ ਬਰਾਬਰ ਰਹੇਗਾ।
ਇਹ ਇੱਕ ਨਿਸ਼ਾਨੀ ਆ, ਜੇ ਧਰਨ ਪਈ ਹੋਆ ਤਾਂ ਧਾਗਾ ਜਿਹੜਾ ਹੈਗਾ ਉਹ ਵੱਡਾ ਛੋਟਾ ਹੋ ਜਾਣਾ। ਠੀਕ ਹੈ ਜੀ। ਆਪਾਂ ਪੈਰ ਜੋੜ ਕੇ ਦੇਖ ਸਕਦੇ ਹਾਂ, ਜਦੋਂ ਆਪਾਂ ਪੈਰ ਜੋੜਦੇ ਹਾਂ ਜਿਹੜੇ ਪੈਰ ਦੇ ਅੰਗੂਠੇ ਹੁੰਦੇ ਆ ਪੈਰਾਂ ਦੇ, ਇਹ ਕੀ ਇਹ ਧਰਨ ਲਈ ਅਸਰ ਕਰਦੀ ਤੁਹਾਡੀ ਦਵਾਈ? ਬਿਲਕੁਲ ਜੀ, ਕਿਉਂਕਿ ਇਹਦਾ ਤਾਂ ਕੰਮ ਹੀ ਨਾਭੀ ਤੋਂ ਸ਼ੁਰੂ ਹੁੰਦਾ ਹੈ ਇਸ ਦਵਾਈ ਦਾ, ਤੇ ਜੇ ਉਹ ਪਹਿਲਾਂ ਨਾਭੀ ਨੂੰ ਸੈੱਟ ਕਰੇਗੀ ਫਿਰ ਹੀ ਅੱਗੇ ਆਪਣਾ ਕੰਮ ਜਿਹੜਾ ਹੈਗਾ ਉਹ ਕਰ ਪਾਏਗੀ। ਸੋ ਇਹ ਧਰਨ ਵੀ ਇਹਦੇ ਨਾਲ ਠੀਕ ਹੁੰਦੀ ਹੈਗੀ ਆ। ਤੇ ਬਾਕੀ ਨਾਲ ਪਰਹੇਜ਼, ਜਿੱਦਾਂ ਹਰਦੀਪ ਸਰ ਨੇ ਇਹ ਗੱਲ ਦੱਸੀ ਹੈਗੀ ਆ, ਪਰਹੇਜ਼ ਜ਼ਰੂਰੀ ਆ ਸਰ। ਜਿਹੜਾ ਵੀ ਪੇਸ਼ੈਂਟ ਸਾਡੇ ਕੋਲ ਆਉਂਦਾ ਅਸੀਂ ਉਹਨੂੰ ਇਹੀ ਰਿਕੁਐਸਟ ਕਰੀਦੀ ਆ ਵੀ ਜੇ ਤੁਸੀਂ ਮੈਡੀਸਨ ਲੈਣੀ ਆ, ਜਿਹੜੇ ਤੁਹਾਨੂੰ ਪਰਹੇਜ਼ ਦੱਸੇ ਜਾਣੇ ਆ, ਸੋ ਉਹ ਕਿਰਪਾ ਤਾਂ ਕਰਿਓ ਦਵਾਈ ਲੈਣ ਦੀ ਵੀ ਜੇ ਤੁਸੀਂ ਪਰਹੇਜ਼ ਕਰ ਸਕਦੇ ਹੋ। ਜੇ ਪਰਹੇਜ਼ ਨਹੀਂ ਕਰਨੇ ਤਾਂ ਦਵਾਈ ਬੇਸ਼ੱਕ ਤੁਸੀਂ ਲੈ ਕੇ ਨਾ ਜਾਇਓ। ਪਰਹੇਜ਼ਾਂ ਤੋਂ ਬਿਨਾਂ ਨਾ ਨੇਵਲ ਅੰਮ੍ਰਿਤ ਕੰਮ ਕਰੇਗੀ ਅਤੇ ਨਾ ਕੋਈ ਹੋਰ ਆਯੁਰਵੇਦ ਦੀ ਮੈਡੀਸਨ ਕੰਮ ਕਰੇਗੀ, ਕਿਉਂਕਿ ਇਹ ਐਲੋਪੈਥੀ ਆ ਜਿਹਦੇ ਵਿੱਚ ਪਰਹੇਜ਼ਾਂ 'ਤੇ ਗੱਲ ਨਹੀਂ ਕੀਤੀ ਜਾਂਦੀ। ਐਲੋਪੈਥੀ ਕਹਿੰਦੀ ਆ ਵੀ ਤੁਸੀਂ ਜੋ ਮਰਜ਼ੀ ਖਾਈ ਜਾਓ, ਤੁਸੀਂ ਗੋਲੀ ਜਾਂ ਕੈਪਸੂਲ ਖਾ ਲੈਣਾ, ਜਿੰਨਾ ਚਿਰ ਇਹਦਾ ਅਸਰ ਆ ਉਨਾ ਚਿਰ ਤੁਸੀਂ ਠੀਕ ਰਹਿਣਾ ਹੈ। ਜਦੋਂ ਤੁਹਾਨੂੰ ਦੁਬਾਰਾ ਪ੍ਰੋਬਲਮ ਆਈ ਤਾਂ ਇੱਕ ਕੈਪਸੂਲ, ਇੱਕ ਗੋਲੀ ਤੁਹਾਡੇ ਕੋਲ ਹੋਰ ਪਏ ਹੈਗੇ ਆ, ਫਿਰ ਉਹ ਖਾ ਲਿਓ। ਆਪਾਂ ਗੈਸ ਦੀ ਉਦਾਹਰਨ ਲੈ ਲੈਂਦੇ ਹਾਂ, ਆਮ ਪ੍ਰੋਬਲਮ ਹੋ ਚੁੱਕੀ ਆ ਗੈਸ ਦੀ। ਜੇ ਤੁਸੀਂ ਆਯੁਰਵੇਦ ਦੇ ਵਿੱਚ ਆਉਂਗੇ, ਤੁਸੀਂ ਨੇਵਲ ਅੰਮ੍ਰਿਤ ਦੇ ਵਿੱਚ ਆਉਂਗੇ, ਅਤੇ ਫਿਰ ਤੁਹਾਨੂੰ ਅਸੀਂ ਗੈਸ ਖਤਮ ਕਿੱਦਾਂ ਹੋਣੀ ਆ, ਜੜ੍ਹ ਤੋਂ ਕਿੱਦਾਂ ਖਤਮ ਹੋਣੀ ਆ, ਅਸੀਂ ਇਹਦੇ 'ਤੇ ਕੰਮ ਕਰਾਂਗੇ। ਅਸੀਂ ਲੀਵਰ ਬਾਰੇ ਸੋਚਾਂਗੇ ਕਿ ਲੀਵਰ ਕਿੱਥੋਂ ਤੱਕ ਖਰਾਬ ਹੈ, ਕਿੰਨਾ ਕੰਮ ਕਰ ਰਿਹਾ, ਲੀਵਰ 'ਚ ਕੀ ਪ੍ਰੋਬਲਮ ਆ ਰਹੀ ਹੈ, ਪਿੱਤਾ ਠੀਕ ਆ, ਪਿੱਤੇ 'ਚ ਕੋਈ ਪੱਥਰੀ ਜਾਂ ਕੋਈ ਇੱਦਾਂ ਦੀ ਤਾਂ ਨਹੀਂ ਸਮੱਸਿਆ ਹੈਗੀ। ਅਸੀਂ ਜੜ੍ਹ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਜਦੋਂ ਅਸੀਂ ਐਲੋਪੈਥੀ ਵਿੱਚ ਜਾਵਾਂਗੇ ਤਾਂ ਇੱਕ ਗੋਲੀ, ਇੱਕ ਕੈਪਸੂਲ ਸਾਨੂੰ ਸਵੇਰੇ ਖਾਲੀ ਪੇਟ ਖਾਣ ਨੂੰ ਦੇ ਦਿੱਤਾ ਜਾਊਗਾ। ਅਸੀਂ ਸਵੇਰੇ ਉੱਠ ਕੇ ਖਾਲੀ ਪੇਟ ਉਹ ਕੈਪਸੂਲ ਖਾ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਜੋ ਮਰਜ਼ੀ ਖਾਂਦੇ ਹਾਂ, ਅਸੀਂ ਠੀਕ ਰਹਿੰਦੇ ਹਾਂ, ਅਤੇ ਅਗਲੀ ਸਵੇਰ ਇਹ ਕੈਪਸੂਲ ਸਾਡਾ ਫਿਰ ਇੰਤਜ਼ਾਰ ਕਰ ਰਿਹਾ ਹੁੰਦਾ। ਲੇਕਿਨ ਨੇਵਲ ਅੰਮ੍ਰਿਤ ਜਿਹੜੀ ਹੈਗੀ ਆ, ਇਹਦੇ ਨਾਲ ਹੈਗਾ ਵੀ ਇਹਨੇ ਕੰਮ ਸਲੋ ਕਰਨਾ, ਲੇਕਿਨ ਜੜ੍ਹ ਤੇ ਕਰਨਾ। ਇੰਸਟੈਂਟ ਰਿਜ਼ਲਟ ਦੇਣਾ ਨਹੀਂ, ਲੇਕਿਨ ਪਰਮਾਨੈਂਟ ਰਿਜ਼ਲਟ ਦੇਣਾ ਹੈ। ਜੇ ਅਸੀਂ ਪਰਮਾਨੈਂਟ ਰਿਜ਼ਲਟ ਲੈਣਾ ਚਾਹੁੰਦੇ ਹਾਂ ਤਾਂ ਫਿਰ ਆਯੁਰਵੇਦ ਹੈ। ਔਰ ਆਯੁਰਵੇਦ ਜਿਹੜਾ ਹੈਗਾ ਇਹ ਤਸੱਲੀ ਦਿੰਦਾ ਹੈ ਬੰਦੇ ਦੀ ਕੋਈ ਵੀ ਬਿਮਾਰੀ ਹੈ ਉਹਨੂੰ ਜੜ੍ਹ ਤੋਂ ਖਤਮ ਕਰਨੇ ਦੇ, ਕਿਉਂਕਿ ਆਯੁਰਵੇਦ ਕੁਦਰਤ ਦੀ ਦੇਣ ਹੈ ਔਰ ਸਾਡੀ ਰਸੋਈ ਤੋਂ ਸ਼ੁਰੂ ਹੋ ਜਾਂਦਾ। ਅਸਲ 'ਚ ਅਸੀਂ ਬਿਮਾਰ ਹੀ ਉਦੋਂ ਰਹਿਣਾ ਸ਼ੁਰੂ ਹੋ ਗਏ ਹਾਂ ਜਦੋਂ ਅਸੀਂ ਆਪਣੀ ਰਸੋਈ ਦੇ ਵਿੱਚੋਂ ਆਯੁਰਵੇਦ ਕੱਢ ਲਿਆ। ਹਰ ਉਹ ਚੀਜ਼ ਜਿਹੜੀ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਸੀ, ਅੱਜ ਉਹ ਸਾਨੂੰ ਸਾਡੀ ਰਸੋਈ 'ਚੋਂ ਲੱਭਦੀ ਨਹੀਂ। ਸਾਡੀਆਂ ਰਸੋਈਆਂ 'ਚ ਲੌਂਗ ਹੈ ਨਹੀਂ, ਕਾਲੀ ਮਿਰਚ ਹੈ ਨਹੀਂ, ਜੀਰਾ ਹੈ ਨਹੀਂ, ਹਿੰਗ ਹੈ ਨਹੀਂ। ਈਵਨ ਜਦੋਂ ਜਦੋਂ ਕੋਈ ਔਰਤ ਬੱਚੇ ਨੂੰ ਜਨਮ ਦਿੰਦੀ ਸੀ, ਜਿਹੜੀ ਉਹ ਪੰਜੀਰੀ ਜਾਂ ਦਾਬੜਾ ਕੁਛ ਵੀ ਕਹਿ ਲਓ ਉਹਨੂੰ, ਜਦੋਂ ਬਣਦਾ ਸੀ ਉਹਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਪਾਉਣ ਦੇ ਨਾਲ ਕਮਰਕਸ ਵੀ ਪਾਈ ਜਾਂਦੀ ਸੀ। ਉਹਦੇ ਇੱਕ ਆਪਣੇ ਫਾਇਦੇ ਸੀ। ਪੰਜੀਰੀ ਅੱਜ ਵੀ ਬਣਦੀ ਹੈ ਲੇਕਿਨ ਕਮਰਕਸ ਗਾਇਬ ਹੈ। ਹਾਂਜੀ, ਮੈਂ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਜਿਸ ਤਰ੍ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ, ਵੱਡੇ ਵੱਡੇ ਹਸਪਤਾਲ, ਮਤਲਬ ਨਿੱਤ ਨਵੇਂ ਹਸਪਤਾਲ ਵੀ ਖੁੱਲ੍ਹ ਰਹੇ ਨੇ, ਔਰ ਪੁਰਾਣੇ ਹਸਪਤਾਲਾਂ ਦੇ ਵਿੱਚ ਵੀ ਇੰਨਾ ਰਸ਼ ਹੈ ਕਿ ਕਿਸੇ ਵੀ ਹਸਪਤਾਲ ਤੁਸੀਂ ਚਲੇ ਜਾਓ ਤੁਹਾਨੂੰ ਮਰੀਜ਼ ਦਿਖਣਗੇ। ਚਾਹੇ ਤੁਸੀਂ ਛੋਟੇ ਹਸਪਤਾਲ ਚਲੇ ਜਾਓ, ਜੇ ਉਸ ਤੋਂ ਬਾਅਦ ਰੈਫਰ ਕਰ ਦਿੱਤਾ ਜਾਂਦਾ ਹੈ, ਜਿੱਦਾਂ ਸਾਡੇ ਏਰੀਏ ਦੇ ਵਿੱਚ ਲੁਧਿਆਣੇ ਚਲੇ ਜਾਓ DMC ਆ ਗਿਆ, ਉਸ ਤੋਂ ਬਾਅਦ PGI ਆ ਗਿਆ, ਜਿੱਥੇ ਵੀ ਚਲੇ ਜਾਓ ਉੱਥੇ ਮਰੀਜ਼ ਹੀ ਮਰੀਜ਼ ਦੇਖਣ ਨੂੰ ਮਿਲਦੇ ਨੇ। ਔਰ ਮੈਂ ਵੈਸੇ ਤੁਹਾਨੂੰ ਪੁੱਛਣ ਹੀ ਵਾਲਾ ਸੀਗਾ, ਤੁਸੀਂ ਉਸ ਗੱਲ ਦਾ ਪਹਿਲਾਂ ਹੀ ਜਵਾਬ ਦੇ ਦਿੱਤਾ ਵੀ ਇਹ ਬਿਮਾਰੀਆਂ ਜਨਮ ਕਿਉਂ ਲੈਂਦੀਆਂ ਨੇ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਸਾਡੀ ਰਸੋਈ ਦੇ ਵਿੱਚ ਹੀ ਉਹ ਚੀਜ਼ਾਂ ਨਹੀਂ ਨੇ ਜਿਹੜੀਆਂ ਕਿ ਤੁਹਾਡੀ ਸਰੀਰ ਨੂੰ ਬਿਮਾਰੀ ਤੋਂ ਬਚਾਉਂਦੀਆਂ ਸਨ। ਇਹ ਹੋਰ ਵੀ ਇਹਦੇ ਬਾਰੇ ਕੋਈ ਦੱਸੋਗੇ ਵੀ ਬਿਮਾਰੀਆਂ ਕਿੱਦਾਂ ਜਨਮ ਲੈਂਦੀਆਂ ਨੇ? ਬਿਲਕੁਲ ਸਰ, ਇੱਕ ਤਾਂ ਦੇਖੋ ਅਸੀਂ ਅਸਲ 'ਚ ਇੱਕ ਤਾਂ ਸਾਡੀ ਜਿਹੜੀ ਲਾਈਫ ਹੈ, ਸਾਡੀ ਜ਼ਿੰਦਗੀ ਹੈ, ਇਹ ਦੌੜ ਭੱਜ ਵਾਲੀ ਹੋ ਗਈ ਹੈ। ਅਸੀਂ 50 ਸਾਲ ਦੀ ਉਮਰ ਤੱਕ ਪੈਸਾ ਕਮਾਉਣ ਦੇ ਪਿੱਛੇ ਭੱਜਦੇ ਹਾਂ, ਲੇਕਿਨ ਹੁੰਦਾ ਕੀ ਆ, ਜਦੋਂ 50 ਸਾਲ ਤੱਕ ਕੋਈ ਬੰਦਾ ਪੈਸਾ ਕਮਾ ਲੈਂਦਾ ਫਿਰ ਬਿਮਾਰ ਰਹਿਣਾ ਸ਼ੁਰੂ ਕਰ ਦਿੰਦਾ, ਬਿਮਾਰੀ ਲੱਗ ਜਾਂਦੀ ਹੈ। ਉਹ ਜਿਹੜਾ ਪੈਸਾ ਕਮਾਇਆ ਹੁੰਦਾ ਉਹ ਫਿਰ ਬਿਮਾਰੀਆਂ ਦੇ ਇਲਾਜ 'ਤੇ ਲੱਗ ਜਾਂਦਾ ਹੈ। ਨਾ ਪੈਸਾ ਰਹਿੰਦਾ, ਨਾ ਤੰਦਰੁਸਤੀ ਰਹਿੰਦੀ ਹੈ। ਦੌੜ ਭੱਜ ਵਾਲੀ ਜ਼ਿੰਦਗੀ ਹੋਣ ਦੇ ਕਰਕੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਅਸੀਂ ਜਿਸ ਚੀਜ਼ ਦੇ ਲਈ ਭੱਜੇ ਫਿਰਦੇ ਹਾਂ, ਖਾਣ ਦੇ ਲਈ, ਵੀ ਆਪਾਂ ਉਹ ਖਾਣਾ ਜਿਹੜਾ ਉਹ ਵੀ ਆਪਾਂ ਟਾਈਮ ਸਿਰ ਖਾ ਸਕੀਏ। ਦੇਖੋ ਤੁਹਾਨੂੰ ਵੀ, ਮੈਨੂੰ ਵੀ, ਜਾਂ ਜਿੰਨੇ ਦਰਸ਼ਕ ਦੇਖ ਰਹੇ ਉਹਨਾਂ ਸਾਰਿਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਸਾਨੂੰ ਜਿਹੜੀ ਰੋਟੀ ਆ ਉਹ ਚਬਾ ਕੇ ਖਾਣੀ ਚਾਹੀਦੀ ਹੈ। ਜੇ ਸਾਡੇ 32 ਦੰਦ ਹੈ ਤਾਂ 32 ਵਾਰੀ ਚਬਾਓ, ਜੇ 32 ਵਾਰੀ ਨਹੀਂ ਇੰਨੀ ਕੁ ਵਾਰ ਤਾਂ ਚਬਾਓ ਕਿ ਜਿਹੜੀ ਰੋਟੀ ਹੈਗੀ ਆ ਉਹ ਬਿਲਕੁਲ ਨਰਮ ਹੋ ਕੇ ਪਾਣੀ ਵਾਂਗ ਸਾਡੇ ਅੰਦਰ ਨੂੰ ਜਾਵੇ। ਔਰ ਜੇ ਤੁਸੀਂ ਜ਼ਿਆਦਾ ਵਾਰ ਰੋਟੀ ਚਬਾ ਕੇ ਦੇਖਦੇ ਹੋ, ਟਰਾਈ ਕਰਕੇ ਦੇਖਿਓ, ਰੋਟੀ ਆਪਣਾ ਕੁਦਰਤੀ ਰਸ ਛੱਡਦੀ ਹੈ। ਜੇ ਰੁੱਖੀ ਰੋਟੀ ਵੀ ਖਾਣ ਲੱਗ ਪਾਓ ਔਰ ਰੋਟੀ ਨੂੰ ਜ਼ਿਆਦਾ ਵਾਰ ਚਬਾਓ, ਰੋਟੀ ਕੁਦਰਤੀ ਰਸ ਛੱਡਦੀ ਆ ਆਪਣਾ, ਅਤੇ ਉਹ ਰੋਟੀ ਰੁੱਖੀ ਵੀ ਸਵਾਦ ਲੱਗਣ ਲੱਗ ਜਾਂਦੀ ਹੈ। ਪਰ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗੀ। ਅਸੀਂ 5 ਮਿੰਟਾਂ ਦੇ ਵਿੱਚ 3-4 ਫੁਲਕੇ ਜਿਹੜੇ ਉਹ ਖਾ ਕੇ ਮਤਲਬ ਫਟਾਫਟ ਆਪਾਂ ਫਿਰ ਕੰਮ 'ਤੇ ਹੋ ਜਾਂਦੇ ਹਾਂ। ਉਹ ਫਿਰ ਬਿਮਾਰੀਆਂ ਦਾ ਕਾਰਨ ਬਣਦੇ ਆ। ਉਸ ਤੋਂ ਬਾਅਦ
ਸਾਡਾ ਲਾਈਫ ਸਟਾਈਲ ਸਰ ਇੱਦਾਂ ਦਾ ਹੋ ਗਿਆ ਵੀ ਆਪਾਂ ਘਰਾਂ ਤੋਂ ਬਾਹਰ ਖਾਂਦੇ ਹਾਂ, ਬਾਜ਼ਾਰ ਦਾ ਖਾਣਾ ਜਿਹੜਾ ਹੈਗਾ ਆ ਉਹ ਅਸੀਂ ਖਾ ਰਹੇ ਹਾਂ। ਬਾਜ਼ਾਰ ਦਾ ਖਾਣਾ ਮਤਲਬ ਅਗਰ ਇਨਸਾਨ ਨੇ ਤੰਦਰੁਸਤ ਰਹਿਣਾ ਹੈ ਤਾਂ 3 ਚਿੱਟੀਆਂ ਚੀਜ਼ਾਂ ਉਹਨੂੰ ਤਿਆਗਣੀਆਂ ਚਾਹੀਦੀਆਂ। ਸਫੇਦ ਨਮਕ ਹੋ ਗਿਆ, ਚੀਨੀ ਹੋ ਗਈ ਔਰ ਮੈਦਾ ਹੋ ਗਿਆ। ਲੇਕਿਨ ਅਸੀਂ ਜਿੰਨਾ ਬਾਜ਼ਾਰ ਦਾ ਖਾਣਾ ਖਾਂਦੇ ਸਾਰਾ ਮੈਦੇ ਦਾ ਬਣਿਆ ਹੋਇਆ, ਦੇਰ ਨਾਲ ਪਚਦਾ ਇਹ ਖਾਣਾ, ਲੀਵਰ 'ਤੇ ਇਫੈਕਟ ਕਰਦਾ, ਸਾਡੀਆਂ ਆਂਤਾਂ ਜਿਹੜੀ ਆਂਤ ਹੈਗੀ ਆ, ਛੋਟੀ ਆਂਤ ਬੜੀ ਆਂਤ, ਉਹਨਾਂ 'ਤੇ ਇਫੈਕਟ ਕਰਦਾ ਹੈਗਾ। ਸੋ ਇਹ ਬਿਮਾਰੀਆਂ ਦਾ ਕਾਰਨ ਬਣ ਰਹੇ ਆ। ਉਸ ਤੋਂ ਬਾਅਦ ਹੱਥਾਂ ਨਾਲ ਕੰਮ ਜਿਹੜਾ ਸਾਡਾ ਬਹੁਤ ਘਟਦਾ ਜਾ ਰਿਹਾ, ਅਸੀਂ ਸਰੀਰਕ ਮਿਹਨਤ ਨਹੀਂ ਕਰ ਰਹੇ। ਮੈਂ ਤੁਹਾਨੂੰ ਦੱਸਦਾ, ਅਸੀਂ ਛੋਟੇ ਸੀਗੇ, ਮੈਂ ਔਰ ਮੇਰਾ ਵੱਡਾ ਬ੍ਰਦਰ ਆਪਣੇ ਫਾਦਰ ਸਾਹਿਬ ਦੇ ਨਾਲ, ਉਹ ਵੀ ਡਾਕਟਰ ਨੇ, ਉਹਨਾਂ ਦੇ ਨਾਲ ਅਸੀਂ ਇੱਕ ਵਿਆਹ ਦੇ ਵਿੱਚ ਗਏ। ਜਿੱਦਾਂ ਰੋਟੀ ਖਾਣ ਜਾਈਦਾ ਆਪਾਂ ਨਾ, ਜਿੱਦਾਂ ਪਿੰਡਾਂ ਦੇ ਵਿੱਚ ਕਹਿ ਲਓ ਵੀ ਨਿੰਦਾ ਹੁੰਦਾ। ਜਦੋਂ ਅਸੀਂ ਗਏ ਤਾਂ 2 ਬਜ਼ੁਰਗ ਸਾਡੇ ਸਾਹਮਣੇ ਜਾਂਦਿਆਂ ਨੂੰ ਉਹ ਜਲੇਬੀਆਂ ਖਾ ਰਹੇ ਸੀ। ਜਦੋਂ ਅਸੀਂ ਪਹੁੰਚੇ ਉਹ ਜਲੇਬੀਆਂ ਖਾ ਰਹੇ ਸੀ, ਤਾਂ ਮਤਲਬ ਸਾਡੇ ਤੋਂ ਪਹਿਲਾਂ ਖਾ ਰਹੇ ਸੀ। ਅਸੀਂ ਰੋਟੀ ਖਾ ਕੇ ਵਾਪਸ ਵੀ ਆ ਗਏ, ਉਹ ਜਲੇਬੀਆਂ ਹੀ ਖਾ ਰਹੇ ਸੀ। ਮਤਲਬ ਅਜੇ ਉਹ ਗਾਹਾਂ ਉਹਨਾਂ ਨੇ ਹੋਰ ਵਧਣਾ ਸੀ, ਲੇਕਿਨ ਉਹ ਇੰਨਾ ਮਿੱਠਾ ਖਾ ਰਹੇ ਸੀ। ਅੱਜ ਦੇ ਕਿਉਂਕਿ ਉਹ ਜੇ ਮਿੱਠਾ ਇੰਨਾ ਖਾ ਰਹੇ ਸੀ, ਇਹਦਾ ਮਤਲਬ ਆ ਕਿ ਉਹ ਉਨੀ ਮਿਹਨਤ ਵੀ ਕਰਦੇ ਸੀ, ਤਾਂ ਮਿੱਠਾ ਉਹਨਾਂ ਨੂੰ ਹਜ਼ਮ ਵੀ ਹੁੰਦਾ ਸੀ। ਅੱਜ ਤੁਸੀਂ ਕਿਸੇ ਨੂੰ 2 ਮਤਲਬ ਰਸਗੁੱਲੇ ਖਾਣ ਨੂੰ ਕਹਿ ਦਿਓ ਤਾਂ ਬਿਫਤਾ ਪੈ ਜਾਂਦੀ ਉਹਨਾਂ ਨੂੰ, ਕਿਉਂਕਿ ਹੱਥੀਂ ਮਿਹਨਤ ਨਹੀਂ ਰਹੀ। ਜਦੋਂ ਅਸੀਂ ਸਰੀਰਕ ਮਿਹਨਤ ਨਹੀਂ ਕਰਦੇ ਤਾਂ ਵੀ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ, ਔਰ ਕੁਦਰਤ ਦੇ ਨਾਲੋਂ ਟੁੱਟ ਗਏ। ਜਿੰਨਾ ਅਸੀਂ ਕੁਦਰਤ ਤੋਂ ਦੂਰ ਜਾ ਰਹੇ ਹਾਂ ਅਤੇ ਉਨਾ ਹੀ ਅਸੀਂ ਬਿਮਾਰੀਆਂ ਦੇ ਨੇੜੇ ਆ ਰਹੇ ਹਾਂ। ਸੋ ਜੇ ਆਪਾਂ ਇਹਨਾਂ ਬਿਮਾਰੀਆਂ ਤੋਂ ਨਿਜਾਤ ਪਾਉਣਾ, ਸਾਨੂੰ ਇੱਕ ਵਾਰ ਫਿਰ ਤੋਂ ਕੁਦਰਤ ਦੇ ਨੇੜੇ ਜਾਣਾ ਪਏਗਾ, ਔਰ ਕੁਦਰਤ ਦੀ ਦੇਣ ਆ ਆਯੁਰਵੇਦ। ਸਾਨੂੰ ਆਯੁਰਵੇਦ ਅਪਣਾਉਣਾ ਪਏਗਾ ਜੇ ਅਸੀਂ ਇਹਨਾਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨਾ ਚਾਹੁੰਦੇ ਹਾਂ। ਔਰ ਆਯੁਰਵੇਦ ਦੀ ਗੋਦ ਦੇ ਵਿੱਚੋਂ, ਆਯੁਰਵੇਦ ਦੀ ਕੁੱਖ ਦੇ ਵਿੱਚੋਂ ਨੇਵਲ ਅੰਮ੍ਰਿਤ ਨੇ ਜਨਮ ਲਿਆ, ਔਰ ਜੇ ਨੇਵਲ ਅੰਮ੍ਰਿਤ ਯੂਜ਼ ਕਰਦੇ ਹਾਂ ਤਾਂ ਫਿਰ ਬਿਮਾਰੀਆਂ ਜਲਦੀ ਤੇਜ਼ੀ ਦੇ ਨਾਲ ਖਤਮ ਹੁੰਦੀਆਂ। ਸਿੰਮਜੀਤ ਜੀ, ਬਹੁਤ ਹੀ ਡੂੰਘਾਈ ਦੇ ਵਿੱਚ ਗੱਲਾਂ ਹੋ ਗਈਆਂ। ਤੁਸੀਂ ਇਹ ਵੀ ਦੱਸਿਆ ਵੀ ਬਿਮਾਰੀਆਂ ਕਿੱਦਾਂ ਲੱਗਦੀਆਂ ਨੇ ਔਰ ਕਿਸ ਤਰ੍ਹਾਂ ਤੁਹਾਡੀ ਇਹ ਨੇਵਲ ਅੰਮ੍ਰਿਤ ਕੰਮ ਕਰਦੀ ਹੈ ਔਰ ਕਿਸ ਤਰ੍ਹਾਂ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ। ਅਤੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਇਹ ਜਿਹੜੀ ਤੁਹਾਡੀ ਨੇਵਲ ਅੰਮ੍ਰਿਤ ਮੈਡੀਸਨ ਹੈ, ਇਹ 6 ਮਹੀਨੇ ਦਾ ਕੋਰਸ ਦਿੰਦੇ ਹੋ, ਤੁਹਾਡੇ MD ਸਾਹਿਬ ਨੇ ਵੀ ਦੱਸਿਆ। ਅਤੇ ਕੀ ਇਸ ਤਰ੍ਹਾਂ ਦੇ ਵੀ ਕੋਈ ਪੇਸ਼ੈਂਟ ਆਉਂਦੇ ਨੇ ਜਿਹੜੇ 6 ਮਹੀਨੇ ਵਰਤਣ ਤੋਂ ਬਾਅਦ, ਜਿੱਦਾਂ ਤੁਸੀਂ ਕਿਹਾ ਵੀ ਪਰਹੇਜ਼ ਵੀ ਜ਼ਰੂਰੀ ਹੈ, ਉਹ ਤੁਹਾਨੂੰ ਇਹ ਵੀ ਦੱਸਦੇ ਨੇ ਵੀ ਅਸੀਂ ਪਰਹੇਜ਼ ਵੀ ਪੂਰਾ ਕੀਤਾ ਪਰ ਫਿਰ ਵੀ ਇਹਦਾ ਅਸਰ ਨਹੀਂ ਹੋਇਆ? ਕੀ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਆਉਂਦੇ ਨੇ ਅਤੇ ਕਿਉਂ ਇੱਦਾਂ ਦੇ ਆਉਂਦੇ ਨੇ ਜਿਹੜੇ ਇੱਦਾਂ ਦੀ ਸ਼ਿਕਾਇਤ ਕਰਦੇ ਨੇ? ਸਰ ਦੇਖੋ, ਇੱਕ ਚੀਜ਼ ਤਾਂ ਹੈ ਵੀ 100% ਕਦੇ ਵੀ ਕਿਤੇ ਨਹੀਂ ਹੁੰਦਾ। ਆਪਾਂ ਐਲੋਪੈਥੀ ਦੇ ਵਿੱਚ ਅਗਰ ਆਪਰੇਸ਼ਨ ਵੀ ਕਰਵਾਉਣ ਜਾਂਦੇ ਹਾਂ ਅਤੇ ਕਈ ਵਾਰੀ ਉਹ ਆਪਰੇਸ਼ਨ ਵੀ ਸਕਸੈਸਫੁਲ ਨਹੀਂ ਹੁੰਦੇ ਹੈਗੇ। ਜਿਹੜੀ ਇਹ ਮੈਡੀਸਨ ਆਯੁਰਵੈਦਿਕ ਮੈਡੀਸਨ ਹੈਗੀ ਆ, ਬੇਸ਼ੱਕ ਅਗਰ ਅਸੀਂ ਪਰਹੇਜ਼ ਰੱਖ ਕੇ ਯੂਜ਼ ਕਰਦੇ ਹਾਂ ਤਾਂ ਸਾਨੂੰ ਰਿਜ਼ਲਟ ਜ਼ਰੂਰ ਮਿਲਦਾ। ਹੁਣ ਤੱਕ ਸਾਡੇ ਰਿਕਾਰਡ ਦੇ ਮੁਤਾਬਕ ਸਾਡੇ ਤੋਂ ਕੋਈ 42,000 ਤੋਂ ਜ਼ਿਆਦਾ ਪੇਸ਼ੈਂਟ ਜਿਹੜੇ ਹੈਗੇ ਆ ਉਹ ਮੈਡੀਸਨ ਲਿਜਾ ਚੁੱਕਿਆ, ਕਿਉਂਕਿ ਸਾਡੇ ਕੋਲੋਂ ਜਿਹੜਾ ਵੀ ਪੇਸ਼ੈਂਟ ਮੈਡੀਸਨ ਲੈ ਕੇ ਜਾਂਦਾ ਸੀ ਉਹਨਾਂ ਦਾ ਪੂਰਾ ਰਿਕਾਰਡ ਰੱਖਦੇ ਹੈਗੇ ਆ। ਅਸੀਂ ਕਦੇ ਕਦਾਈ ਕਿਸੇ ਨਾ ਕਿਸੇ ਪੇਸ਼ੈਂਟ ਦੇ ਨਾਲ ਖੁਦ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕਰਦੇ ਹੈਗੇ ਆ ਕਿ ਉਹ ਮੈਡੀਸਨ ਵਰਤ ਵੀ ਰਿਹਾ ਜਾਂ ਉਹ ਪਰਹੇਜ਼ ਕਰ ਰਿਹਾ ਜਾਂ ਨਹੀਂ ਕਰ ਰਿਹਾ। ਜਿਨ੍ਹਾਂ ਨੇ ਵੀ ਇਹ ਮੈਡੀਸਨ ਪਰਹੇਜ਼ ਦੇ ਨਾਲ ਯੂਜ਼ ਕੀਤੀ ਹੈ ਉਹਨਾਂ ਨੂੰ ਸਾਰਿਆਂ ਨੂੰ ਰਿਜ਼ਲਟ ਮਿਲਿਆ ਕਿਸੇ ਨਾ ਕਿਸੇ। ਮਤਲਬ ਇੱਕ ਇੱਦਾਂ ਤਾਂ ਹੈ, ਇਹ ਵੀ ਹੈ ਨਹੀਂ ਗਾ ਕਿ ਇੱਕ ਮਨੁੱਖ ਸਿਰਫ ਇੱਕੋ ਹੀ ਬਿਮਾਰੀ ਤੋਂ ਪੀੜਿਤ ਹੋਊਗਾ। ਹਰ ਮਨੁੱਖ ਨੂੰ ਇੱਕ ਤੋਂ ਜ਼ਿਆਦਾ ਬਿਮਾਰੀਆਂ ਹੁੰਦੀਆਂ ਹੈਗੀਆਂ, ਉਹਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ। ਪਰ ਇਹ ਵੀ ਹੈਗਾ ਆ ਵੀ ਜਿਹੜੇ ਲੋਕਾਂ ਨੇ ਪਰਹੇਜ਼ ਰੱਖ ਕੇ ਮੈਡੀਸਨ ਨਹੀਂ ਯੂਜ਼ ਕੀਤੀ ਉਹਨਾਂ ਨੂੰ ਰਿਜ਼ਲਟ ਨਹੀਂ ਵੀ ਮਿਲਦਾ। ਬਾਕੀ ਇੰਨੀ ਚੀਜ਼ ਹੁੰਦੀ ਹੈ ਸਰ, ਜਦੋਂ ਮੇਰੀ ਆਪਣੀ ਗਲਤੀ ਹੋਵੇ ਤਾਂ ਮੈਂ ਕਦੇ ਨਹੀਂ ਕਹੂੰਗਾ ਕਿ ਮੇਰੀ ਗਲਤੀ ਆ। ਅਸੀਂ ਜਿਹੜਾ ਦੋਸ਼ ਆ ਉਹ ਹਮੇਸ਼ਾ ਦੂਜੇ 'ਤੇ ਸੱਟਦੇ ਹਾਂ, ਅਸੀਂ ਆਪਣੇ ਵੱਲ ਉਂਗਲੀ ਕਦੇ ਵੀ ਨਹੀਂ ਕਰਦੇ। ਅਤੇ ਜੇ ਅਸੀਂ ਖੁਦ ਇਹ ਗੱਲ ਮੰਨ ਕੇ ਚੱਲਾਂਗੇ ਕਿ ਮੇਰੀ ਆਹ ਅਣਗਹਿਲੀ ਰਹੀ ਆ ਤਾਂ ਫਿਰ ਸਾਡੇ ਤੱਕ ਸਹੀ ਜਿਹੜਾ ਫੀਡਬੈਕ ਆ ਉਹ ਪਹੁੰਚੇਗਾ। ਪਰ ਜਦੋਂ ਅਸੀਂ ਇਹ ਗੱਲ ਕਹਿਣੀ ਹੁੰਦੀ ਆ ਕਿ ਮੈਨੂੰ ਆਰਾਮ ਨਹੀਂ ਆਇਆ, ਉਹਦੇ ਵਿੱਚ ਆਪਾਂ ਇਹ ਕਦੇ ਨਹੀਂ ਦੱਸਣਾ ਹੁੰਦਾ ਕਿ ਮੇਰੀਆਂ ਕੀ ਅਣਗਹਿਲੀਆਂ ਰਹੀਆਂ, ਕਿਉਂਕਿ ਜਦੋਂ ਬੰਦਾ ਥੋੜ੍ਹਾ ਜਿਹਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਨਾ ਅਤੇ ਅਣਗਹਿਲੀ ਨਾਲੇ ਸ਼ੁਰੂ ਹੋ ਜਾਂਦੇ ਆ। ਕੋਈ ਗੱਲ ਨਹੀਂ, ਅੱਜ 2 ਬੂੰਦਾਂ ਨਹੀਂ ਪਾਈਆਂ, ਸ਼ਾਮ ਨੂੰ ਪਾ ਲਊਂਗਾ, ਸ਼ਾਮ ਨੂੰ ਲੇਟ ਹੋ ਗਿਆ, ਚੱਲ ਕੋਈ ਗੱਲ ਨਹੀਂ, ਜੇ ਨਾਗਾ ਪੈ ਵੀ ਗਿਆ ਤਾਂ ਕੱਲ੍ਹ ਨੂੰ ਪਾ ਲਊਂਗਾ। ਸੋ ਇਹ 6 ਮਹੀਨੇ ਦਾ ਮਤਲਬ ਸਰ 6 ਮਹੀਨੇ ਆ। 6 ਮਹੀਨੇ ਆਪਾਂ ਕੰਟੀਨਿਊ ਯੂਜ਼ ਕਰਨੀ ਹੁੰਦੀ। ਇਹਦਾ ਕਿਹੜਾ ਭਾਰ ਆ ਵੀ ਜੇ ਵਿਆਹ ਵੀ ਜਾਣਾ ਤਾਂ ਇਹਨੂੰ ਜੇਬ 'ਚ ਪਾ ਕੇ ਲੈ ਜਾਓ ਨਾਲ, ਉੱਥੇ ਜਾ ਕੇ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਗੱਲ ਇੱਦਾਂ ਹੋ ਜਾਂਦੀ ਹੈਗੀ ਆ ਵੀ ਆਯੁਰਵੇਦ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਮਨਾਹੀ ਹੁੰਦੀ ਹੈ ਜੇ ਆਪਾਂ ਉਹ ਯੂਜ਼ ਕਰ ਲੈਂਦੇ ਹਾਂ ਅਤੇ ਉਹ ਸਮਝ ਲਓ ਵੀ ਜਿੱਦਾਂ ਅਗਰ ਮੋਟਰਸਾਈਕਲ ਦੇ ਵਿੱਚ ਪੈਟਰੋਲ ਪੈਂਦਾ, ਜੇ ਆਪਾਂ ਜ਼ਿੰਦਗੀ 'ਚ ਇੱਕ ਵਾਰੀ ਵੀ ਉਹਦੇ 'ਚ ਡੀਜ਼ਲ ਪਵਾ ਲਿਆ ਤਾਂ ਇੰਜਣ ਗਿਆ। ਮਤਲਬ ਉਹ ਇੱਕ ਵਾਰ ਦੀ ਜਿਹੜੀ ਅਣਗਹਿਲੀ ਆ ਉਹ ਸਾਨੂੰ ਉਹ ਹਜ਼ਾਰਾਂ ਰੁਪਈਏ ਕਹਿ ਲਓ ਜਾਂ ਉਹਦਾ ਇੰਜਣ ਡੈਮੇਜ ਹੋਣ ਦੇ ਨਾਲ ਗੱਡੀ ਦਾ ਪੂਰੀ ਦਾ ਨੁਕਸਾਨ ਕਰ ਦਿੰਦੇ ਆ। ਇਸੇ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ
ਸਾਡੀ ਜਿਹੜੀ ਖੁਰਾਕ ਹੈ ਨਾ ਸਰ, ਉਹ ਖੁਰਾਕ ਵਾਤ ਪਿੱਤ ਔਰ ਕਫ ਦੇ ਹਿਸਾਬ ਨਾਲ ਹੁੰਦੀ ਹੈ। ਜੇ ਸਾਡੇ ਸਰੀਰ ਦਾ ਵਾਤ ਦੋਸ਼ ਵੱਧਦਾ, ਇਹਦਾ ਮਤਲਬ ਜਿਹੜੀਆਂ ਬਾਏ ਵਾਲੀਆਂ ਚੀਜ਼ਾਂ ਉਹ ਸਾਨੂੰ ਕਦੇ ਵੀ ਸੂਟ ਨਹੀਂ ਕਰਨੀਆਂ, ਉਹ ਕੁਦਰਤ ਨੇ ਸਾਡੇ ਲਈ ਬਣਾਈਆਂ ਹੀ ਨਹੀਂ। ਅਸੀਂ ਜਿੰਨੀ ਜਲਦੀ ਇਸ ਗੱਲ ਨੂੰ ਸਮਝ ਕੇ ਉਹ ਬਾਏ ਵਾਲੀਆਂ ਵਾਤ ਵਾਲੀਆਂ ਚੀਜ਼ਾਂ ਅਸੀਂ ਲੈਣੀਆਂ ਬੰਦ ਕਰ ਦਿਆਂਗੇ, ਅਸੀਂ ਉਨੀ ਜਲਦੀ ਬਿਮਾਰੀਆਂ ਤੋਂ ਨਿਜਾਤ ਪਾਵਾਂਗੇ। ਜੇ ਸਾਡਾ ਸਰੀਰ ਪਿੱਤ ਪ੍ਰਵਿਰਤੀ ਵਾਲਾ ਹੈ, ਜਿੰਨੀ ਜਲਦੀ ਆਪਾਂ ਗਰਮ ਤਸੀਰ ਦੀਆਂ ਚੀਜ਼ਾਂ ਖਾਣੀਆਂ ਘਟਾਉਣੀਆਂ ਸ਼ੁਰੂ ਕਰਾਂਗੇ, ਉਨੀ ਜਲਦੀ ਅਸੀਂ ਬਿਮਾਰੀਆਂ ਤੋਂ ਨਿਜਾਤ ਪਾਵਾਂਗੇ। ਜੇ ਅਸੀਂ ਗਰਮ ਤਸੀਰ ਦੀਆਂ ਚੀਜ਼ਾਂ ਨਾਲ ਨਾਲ ਖਾਣੀਆਂ, ਉਹ ਕੁਦਰਤ ਨੇ ਸਾਡੇ ਲਈ ਬਣਾਈਆਂ ਨਹੀਂ, ਕਿਉਂਕਿ ਸਾਡਾ ਸਰੀਰ ਪਿੱਤ ਪ੍ਰਵਿਰਤੀ ਵਾਲਾ ਹੈ। ਜੇ ਅਸੀਂ ਖਾਵਾਂਗੇ ਤਾਂ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ। ਸੋ ਅਸੀਂ ਵਾਤ ਪਿੱਤ ਔਰ ਕਫ ਦੇ ਹਿਸਾਬ ਨਾਲ ਹੀ ਪਰਹੇਜ਼ ਦੱਸਦੇ ਹਾਂ। ਜੇ ਉਹ ਪਰਹੇਜ਼ ਨਹੀਂ ਕਰੂਗਾ ਕੋਈ, ਤਾਂ ਫਿਰ ਦਵਾਈ ਕਿੱਦਾਂ ਅਸਰ ਕਰ ਸਕਦੀ ਹੈਗੀ ਆ? ਅਤੇ ਕਿਉਂਕਿ ਉਹ ਚੀਜ਼ਾਂ ਸਾਡੇ ਲਈ ਕੁਦਰਤ ਨੇ ਬਣਾਈਆਂ ਨਹੀਂ ਹੈਗੀਆਂ। ਸੋ ਪਰਹੇਜ਼ ਦੇ ਨਾਲ ਅਗਰ ਦਵਾਈ ਯੂਜ਼ ਕਰਦੇ ਹਾਂ ਤਾਂ ਬਿਲਕੁਲ ਆਰਾਮ ਆਉਂਦਾ ਇਸ। ਜੀ ਸੰਜੀਵ ਜੀ, ਗੱਲ ਤੁਹਾਡੀ ਫੇਰ ਉਹੀ ਆ ਵੀ ਪਰਹੇਜ਼ ਤੇ ਬਹੁਤ ਜ਼ਰੂਰੀ ਆ, ਔਰ ਨਾਲ ਹੀ ਜਿਹੜੀ ਇਹਦੀ ਵਰਤੋਂ, ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਵੀ ਜਿੰਨੀ ਵਾਰੀ ਇਹ ਦਿਨ ਦੇ ਵਿੱਚ ਵਰਤਣੀ ਆ, ਜੇ ਉਹ ਵਿੱਚੋਂ ਨਾਗਾ ਪਾਏਗਾ ਤਾਂ ਉਹਦੇ ਵਿੱਚ ਵੀ ਅਸਰ ਇਹ ਦਵਾਈ ਨਹੀਂ ਕਰੇਗੀ। ਵੈਸੇ ਜਿੱਦਾਂ ਸੰਜੀਵ ਜੀ ਧਾਰਨਾ ਆ ਕਿ ਜਿਹੜੀ ਆਯੁਰਵੇਦ ਦਵਾਈ ਆ ਉਹਦੇ ਸਾਈਡ ਇਫੈਕਟ ਨਹੀਂ ਹੁੰਦੇ, ਅਤੇ ਕੀ ਇਹਦੇ ਵਿੱਚ ਕੋਈ ਹੈ ਇਸ ਤਰ੍ਹਾਂ ਦਾ, ਜਿਸ ਤਰ੍ਹਾਂ ਕਿ ਕਈਆਂ ਨੂੰ ਐਲਰਜੀ ਹੁੰਦੀ ਹੈ ਕਿਸੇ ਚੀਜ਼ ਤੋਂ, ਜਿੱਦਾਂ ਤੁਸੀਂ ਇਹਦੇ ਵਿੱਚ ਤੇਲ ਵਰਤਦੇ ਹੋ, ਅਤੇ ਕਈ ਲੋਕਾਂ ਨੂੰ ਤੇਲਾਂ ਤੋਂ ਵੀ ਐਲਰਜੀ ਹੁੰਦੀ ਆ, ਅਤੇ ਕੀ ਉਹਦੇ ਲਈ ਇਹ ਫਿਰ ਕੀ ਤੁਸੀਂ ਸਲਾਹ ਦਿੰਦੇ ਹੋ ਵੀ ਇਸ ਦਵਾਈ ਨੂੰ ਵਰਤਣ ਕਿ ਨਾ ਵਰਤਣ? ਦੇਖੋ ਸਰ, ਇਸੇ ਕਰਕੇ ਨਾ ਅਸੀਂ ਜਦੋਂ ਸਾਡੇ ਕੋਲ ਕੋਈ ਮਰੀਜ਼ ਆਉਂਦਾ ਹੈ, ਕੋਸ਼ਿਸ਼ ਕਰੀਦੀ ਆ ਕਿ ਉਹਦੇ ਨਾਲ 5-10 ਮਿੰਟ ਬੈਠਿਆ ਜਾਵੇ। ਕਿਸੇ ਵੀ ਬਿਮਾਰੀ ਦਾ ਅਗਰ ਸਾਡੇ ਕੋਲ ਪੇਸ਼ੈਂਟ ਆਉਂਦਾ ਤਾਂ ਅਸੀਂ ਉਹਦੀ ਪੂਰੀ ਕੇਸ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕੁਛ ਬਿਮਾਰੀਆਂ ਜਿਹੜੀਆਂ ਸਾਨੂੰ ਉਹ ਸਾਡੇ ਬਜ਼ੁਰਗਾਂ ਤੋਂ ਮਿਲ ਜਾਂਦੀਆਂ, ਜੈਨੇਟਿਕ ਪ੍ਰੋਬਲਮ ਜਿਹੜੀ ਹੈਗੀ ਆ ਉਹ ਹੁੰਦੀ ਹੈਗੀ ਆ, ਵੀ ਸਾਨੂੰ ਉਹ ਸਾਡੇ ਬਾਪ ਤੋਂ ਜਾਂ ਦਾਦੇ ਤੋਂ ਮਿਲਦੀ ਆ, ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਤੁਹਾਡੀ ਗੱਲ ਵੀ ਦਰੁਸਤ ਹੈ ਕਿ ਅਗਰ ਕਿਸੇ ਨੂੰ ਤੇਲਾਂ ਤੋਂ ਹੀ ਐਲਰਜੀ ਆ ਤਾਂ ਫਿਰ ਸਰ ਅਸੀਂ ਉਹਨਾਂ ਨੂੰ ਇਹ ਚੀਜ਼ ਜਿਹੜੀ ਸੁਜੈਸਟ ਨਹੀਂ ਕਰਾਂਗੇ, ਕਿਉਂਕਿ ਇਹ ਤੇਲਾਂ ਦੀ ਬਣੀ ਹੋਈ ਆ। ਸੋ ਅਸੀਂ ਰਿਕੁਐਸਟ ਸਾਰੇ ਮਰੀਜ਼ਾਂ ਨੂੰ ਵੀ, ਤੁਹਾਡੇ ਦਰਸ਼ਕਾਂ ਨੂੰ ਵੀ ਇਹੀ ਕਰਦੇ ਹੈਗੇ ਆ ਵੀ ਜੇ ਉਹ ਸਾਡੇ ਕੋਲੋਂ ਜਦੋਂ ਵੀ ਉਹ ਮੈਡੀਸਨ ਲੈਣ ਆਉਂਦੇ ਹੈਗੇ ਆ ਅਤੇ ਉਹਨਾਂ ਨੇ ਸਾਨੂੰ ਪੂਰੀ ਜਾਣਕਾਰੀ ਦੇਣੀ ਹੁੰਦੀ ਆ ਆਪਣੇ ਬਾਰੇ ਦੇ ਵਿੱਚ, ਵੀ ਪ੍ਰੋਬਲਮ ਕਿੱਦਾਂ ਸ਼ੁਰੂ ਹੋਈ ਆ। ਕਈ ਵਾਰੀ ਕੁਛ ਪੇਸ਼ੈਂਟ ਇੱਦਾਂ ਦੇ ਹੁੰਦੇ ਆ ਵੀ ਉਹਨਾਂ ਦਾ ਕਾਰਨ ਬਿਮਾਰੀ ਦਾ ਕੋਈ ਹੋਰ ਹੁੰਦਾ ਆ, ਉਹ ਕਿਸੇ ਹੋਰ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਦੇ ਹੈਗੇ ਆ, ਉਹ ਕੁਛ ਲੁਕਾਉਣ ਦੀ ਕੋਸ਼ਿਸ਼ ਕਰਦੇ। ਸੰਜੂ ਜੀ, ਇੱਦਾਂ ਦਾ ਕੋਈ ਕੇਸ ਆਇਆ ਤੁਹਾਡੇ ਕੋਲ ਜਿਨ੍ਹਾਂ ਨੂੰ ਤੇਲ ਤੋਂ ਐਲਰਜੀ ਹੋਵੇ ਅਤੇ ਉਹਨਾਂ ਨੇ ਇਸ ਨੂੰ ਵਰਤ ਲਿਆ ਹੋਵੇ, ਜਾਂ ਤੁਹਾਡੇ ਨਾਲ ਗੱਲ ਨਾ ਹੋਈ ਹੋਵੇ, ਅਵੇਅਰਨੈਸ ਨਾ ਦਿੱਤੀ ਹੋਵੇ ਤੁਸੀਂ, ਅਤੇ ਇੱਦਾਂ ਦਾ ਕੇਸ ਆਇਆ ਵੀ ਉਹਦੇ ਨਾਲ ਕੋਈ ਉਹਦਾ ਨੁਕਸਾਨ ਹੋਇਆ ਹੋਵੇ, ਜਿਨ੍ਹਾਂ ਨੂੰ ਐਲਰਜੀ ਸੀਗੀ ਔਰ ਉਹਨਾਂ ਨੇ ਤੁਹਾਡੀ ਦਵਾਈ ਵਰਤੀ? ਸਰ ਇੱਦਾਂ ਮਤਲਬ ਸਾਡੇ ਤੱਕ ਇੱਕ ਪੇਸ਼ੈਂਟ ਪਹੁੰਚਿਆ ਸੀਗਾ ਸਾਡੇ ਕੋਲ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਮੈਡੀਸਨ ਵਰਤਣ ਤੋਂ ਬਾਅਦ ਥੋੜ੍ਹੀ ਜਿੱਦਾਂ ਬੋਡੀ ਦੇ ਉੱਤੇ ਐਲਰਜੀ ਹੋਣੀ ਸ਼ੁਰੂ ਹੋ ਗਈ, ਜਾਂ ਜਿਹੜੇ ਨੇਲਜ਼ ਸੀਗੇ ਉਹਦੇ ਵਿੱਚ ਥੋੜ੍ਹੀ ਐਲਰਜੀ ਹੋਣੀ ਸ਼ੁਰੂ ਹੋ ਗਈ। ਅਤੇ ਖੈਰ ਜਦੋਂ ਉਹਨਾਂ ਨੇ ਇਹ ਗੱਲ ਦੱਸੀ ਤਾਂ ਫਿਰ ਨਾਲੇ ਇਹ ਚੀਜ਼ ਵੀ ਸਾਂਝੀ ਹੋ ਗਈ ਬਈ ਇਹ ਜਿਹੜੀ ਮੈਡੀਸਨ ਹੈਗੀ ਆ ਤੇਲਾਂ ਤੋਂ ਬਣੀ ਆ, ਔਰ ਅਸੀਂ ਉਹਨਾਂ ਦਾ ਐਲਰਜੀ ਟੈਸਟ ਕਰਵਾਇਆ ਹੋਇਆ ਸੀ ਪੇਸ਼ੈਂਟ ਦਾ, ਵੀ ਉਹਨਾਂ ਨੂੰ ਤੇਲਾਂ ਤੋਂ ਹੀ ਐਲਰਜੀ ਹੈਗੀ ਆ। ਸੋ ਅਸੀਂ ਵੀ ਉਹਨਾਂ ਨੂੰ ਇੱਕਦਮ ਇਹੀ ਸੁਜੈਸਟ ਕੀਤਾ ਵੀ ਤੁਸੀਂ ਨੇਵਲ ਅਮਰੂਤਨ ਦੀ ਬਿਲਕੁਲ ਬੰਦ ਕਰਵਾ ਦਿਓ, ਕਿਉਂਕਿ ਜੇ ਕਿਸੇ ਨੂੰ ਤੇਲਾਂ ਤੋਂ ਐਲਰਜੀ ਹੈਗੀ ਆ, ਮੰਨ ਲਓ ਜੇ ਕਿਸੇ ਨੂੰ ਕਣਕ ਤੋਂ ਐਲਰਜੀ ਹੈਗੀ ਆ ਅਤੇ ਜੇ ਉਹ ਕਣਕ ਖਾਏਗਾ ਤਾਂ ਬਿਮਾਰ ਹੋਏਗਾ। ਸੋ ਇਸ ਤਰੀਕੇ ਦੇ ਨਾਲ ਮਤਲਬ ਆਪਾਂ ਸੁਜੈਸਟ ਕਰਦੇ ਹੈਗੇ ਹਾਂ ਕਿ ਅਗਰ ਕਿਸੇ ਪੇਸ਼ੈਂਟ ਨੂੰ ਤੇਲਾਂ ਤੋਂ ਐਲਰਜੀ ਹੈਗੀ ਆ ਤਾਂ ਫਿਰ ਉਹ ਮੈਡੀਸਨ ਨੂੰ ਨਾ ਯੂਜ਼ ਕਰੇ। ਠੀਕ ਹੈ ਸੰਜੀਵ ਜੀ, ਬਹੁਤ ਹੀ ਗਿਆਨਪੂਰਵਕ ਗੱਲਾਂ ਦੱਸੀਆਂ, ਔਰ ਆਪਣੀ ਦਵਾਈ ਬਾਰੇ ਵੀ ਤੁਸੀਂ ਸਾਰਾ ਦੱਸਿਆ, ਔਰ ਸਾਡੇ ਦਰਸ਼ਕ ਵੀ ਇਹਦਾ ਫਾਇਦਾ ਲੈਣਗੇ। ਜਿਸ ਤਰ੍ਹਾਂ ਕਿ MD ਸਾਹਿਬ ਵੀ ਸਾਡੇ ਵਿੱਚ ਬੈਠੇ ਨੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ। MD ਸਾਹਿਬ, ਜਿਸ ਤਰ੍ਹਾਂ ਇਹ ਨੇਵਲ ਅੰਮ੍ਰਿਤ ਦੀ ਗੱਲ ਹੋਈ, ਇਸ ਤੋਂ ਇਲਾਵਾ ਵੀ ਕੋਈ ਤੁਹਾਡਾ ਪ੍ਰੋਡਕਟ ਹੈ? ਫਿਲਹਾਲ ਅਸੀਂ ਅਜੇ ਕੋਈ ਪ੍ਰੋਡਕਟ ਨਹੀਂ, ਪਰ ਸਾਡਾ ਇੱਕ ਪ੍ਰੋਡਕਟ ਆ ਰਿਹਾ, ਉਹ ਵੀ ਨੇਵਲ ਦੇ ਉੱਤੇ ਹੀ ਆ। ਇੱਕ ਤੁਹਾਡਾ ਦੇਖਣ 'ਚ ਆਇਆ ਕੋਈ ਦੰਦਾਂ ਵਾਲਾ, ਇੱਕ ਅਸੀਂ ਦੇਖਿਆ ਉਹ ਡੈਂਟਾ, ਉਹ ਬਿਲਕੁਲ ਫ੍ਰੀ ਹੈ ਜੀ, ਸਾਡਾ ਇਹਦੇ ਨਾਲ ਹੀ ਦਿੰਦੇ, ਅਸੀਂ ਗਿਫਟ ਦੇ ਵਿੱਚ ਦਿੰਦੇ ਹਾਂ। ਸੋ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਤੁਹਾਡੇ ਚੈਨਲ ਦੇ ਰਾਹੀਂ ਪਰਸੋਂ ਹੀ ਸਾਡੇ ਤੱਕ ਆਇਆ ਇੱਕ ਰਿਜ਼ਲਟ ਸੀ ਕਿ ਸਾਡੇ ਤੋਂ 10-11 ਮਹੀਨੇ ਪਹਿਲਾਂ ਇੱਕ ਪੇਸ਼ੈਂਟ ਹੈ ਜੀ ਅੰਮ੍ਰਿਤਸਰ ਦੇ, ਉਹ ਮੈਡੀਸਨ ਲੈ ਕੇ ਗਏ ਸੀ ਨੇਵਲ ਅੰਮ੍ਰਿਤ, ਉਹਨਾਂ ਦੇ ਬੱਚਾ ਨਹੀਂ ਸੀ ਪਿਛਲੇ 7 ਸਾਲ ਤੋਂ। ਸੋ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ ਕਿ ਉਹਨਾਂ ਦੇ ਟਵਿੰਸ ਹੋਏ ਆ ਪਰਸੋਂ। ਉਹਨਾਂ ਨੇ ਸਾਨੂੰ ਪਿਕ ਪਾਈਆਂ ਜੀ ਕਿ ਅਸੀਂ ਤੁਹਾਨੂੰ ਦੱਸਿਆ ਨਹੀਂ ਸੀ, 7 ਸਾਲ ਤੋਂ ਸਾਡੇ ਬੇਬੀ ਨਹੀਂ ਸੀਗਾ। ਸੋ ਬਹੁਤ ਵੱਡੀ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਇੱਕ ਇਸ ਮੈਡੀਸਨ ਨੇ ਉਹਨਾਂ ਦੇ ਘਰੇ ਅੱਜ ਰੌਣਕਾਂ ਲਾਈਆਂ ਹੋਈਆਂ ਜੀ। 2-4 ਦਿਨ ਤੱਕ ਉਹਨਾਂ ਦੀ ਵੀਡੀਓ ਵੀ ਬਣ ਕੇ ਆਏਗੀ। ਵੀਡੀਓਜ਼ ਮਤਲਬ ਮੀਨਸ ਕਿ ਸਾਡੇ ਕੋਲ ਬੱਚਿਆਂ ਦੀਆਂ ਫੋਟੋਆਂ ਆ ਚੁੱਕੀਆਂ ਆ, ਉਹਨਾਂ ਦੇ ਮੈਸੇਜ ਸਾਰੇ ਆ ਚੁੱਕੇ ਆ, ਮੁਬਾਰਕਾਂ ਵੀ ਆ ਚੁੱਕੀਆਂ ਆ। ਸੋ ਇਹ ਮੈਡੀਸਨ ਨੇ ਇੰਨੇ ਕੁ ਵਧੀਆ ਕੰਮ ਕੀਤੇ। ਜੋ ਡੈਂਟੇ ਦੀ ਗੱਲ ਕੀਤੀ, ਜਿੱਦਾਂ ਸੰਜੀਵ ਭਾਈ ਦੀ ਗੱਲ ਰਹੇ, ਇਹ ਜਿਹੜੇ ਸਾਡਾ ਹੈਗਾ ਜੀ ਦੰਦਾਂ ਲਈ ਹੈਗਾ, ਛੋਟਾ ਹੈਗਾ, ਜਿੰਨਾ ਨਿੱਕਾ ਤਿੱਖਾ ਉਨਾ ਹੀ ਆ ਜੀ ਇਹ।
ਕੰਮ ਬਹੁਤ ਵਧੀਆ ਕਰਦਾ ਹੈ। ਇਹ ਅਸੀਂ ਸਾਰਿਆਂ ਨੂੰ ਫ੍ਰੀ ਦਿੰਦੇ ਆ ਜੀ। ਜੇਕਰ ਕੋਈ ਸਾਡਾ ਡਿਸਟ੍ਰੀਬਿਊਟਰ, ਕਈ ਵਾਰੀ ਡਿਸਟ੍ਰੀਬਿਊਟਰ ਇਹਨੂੰ ਕੱਢ ਕੇ ਇਹਨੂੰ ਉੱਦਾਂ ਵੀ ਦੇਣ ਦੀ ਕਰਦਾ ਕਿ ਚਲੋ 200-300 ਰੁਪਇਆ ਕਮਾ ਲਿਆ ਜਾਵੇ। ਦਰਸ਼ਕਾਂ ਨੂੰ ਤੁਹਾਡੇ ਨੂੰ ਕਿ ਫ੍ਰੀ ਹੈ, ਕੰਪਨੀ ਵੱਲੋਂ ਫ੍ਰੀ ਹੀ ਲੈਣਾ ਤੁਸੀਂ। ਸੋ ਇੱਕ ਸਾਡੀ ਮੈਡੀਸਨ ਆ ਰਹੀ ਆ ਜੀ, ਜੇ ਵਾਹਿਗੁਰੂ ਨੇ ਚਾਹਿਆ ਤਾਂ ਛੇਤੀ ਤੁਹਾਨੂੰ ਦੇਵਾਂਗੇ। ਨੇਵਲ ਵਿੱਚ ਹੀ ਪਾਣੀ ਹੈ, ਨਾਭੀ 'ਚ। ਉਹਦਾ ਨਾਂ ਹੈ ਨਾਭੀ ਰਤਨ। ਉਹ ਜਿੱਦਾਂ ਜੈਂਟਸ ਦੀ ਪ੍ਰੋਬਲਮ ਬਹੁਤ ਅੱਜ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਸਟ੍ਰੈਸ ਦੇ ਕਾਰਨ ਸੈਕਸੁਅਲੀ ਵੀਕ ਹੋ ਗਏ ਆ। ਸੋ ਉਹ ਮੈਡੀਸਨ ਸਾਡੀ ਵਾਹਿਗੁਰੂ ਨੇ ਚਾਹਿਆ ਤਾਂ ਜਲਦੀ ਦੇਵਾਂਗੇ। ਉਹਨੂੰ ਅਸੀਂ ਟੈਸਟਿੰਗ 'ਤੇ ਲਾਇਆ ਹੋਇਆ ਹੈ, ਰਿਜ਼ਲਟ ਅੱਛੇ ਆ ਰਹੇ ਆ ਸਾਡੇ ਕੋਲ ਉਹਦੇ, ਤਾਂ ਤੁਹਾਡੇ ਤੱਕ ਉਹ ਵੀ ਮੈਡੀਸਨ ਅਸੀਂ ਜਲਦੀ ਦੇਵਾਂਗੇ। ਹਰਦੀਪ ਜੀ, ਜੇ ਗੱਲ ਕਰੀਏ ਜਿਸ ਤਰ੍ਹਾਂ ਕਿ ਨਾ ਕੋਈ ਵੀ ਬ੍ਰਾਂਡ ਜਦੋਂ ਮਸ਼ਹੂਰ ਹੋ ਜਾਂਦਾ, ਜਿਸ ਤਰ੍ਹਾਂ ਕਿ ਸਾਡੇ ਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਹੀ ਚੱਲਦਾ ਬਈ, ਜਿਸ ਤਰ੍ਹਾਂ ਵੱਡੇ ਵੱਡੇ ਬ੍ਰਾਂਡ ਨੇ, ਮੰਨ ਲਓ ਜੇ ਆਪਾਂ ਕਿਸੇ ਪੇਂਟ ਲਾਈਨ ਦੀ ਗੱਲ ਕਰ ਲਈਏ, ਸਾਡੇ ਦੇਸ਼ ਦੇ ਵਿੱਚ ਏਸ਼ੀਅਨ ਪੇਂਟ ਬੜਾ ਮਸ਼ਹੂਰ ਹੈ, ਅਤੇ ਉਹਦੇ ਡੁਪਲੀਕੇਸੀ ਬਹੁਤ ਆਉਣ ਲੱਗ ਪੈਂਦੀ ਹੈ। ਜਿਸ ਤਰ੍ਹਾਂ ਕਿ ਤੁਸੀਂ ਵੀ 2 ਸਾਲ ਤੋਂ ਇਸ ਨੂੰ ਆਪਣੇ ਦਵਾਈ ਨੂੰ ਦੇ ਰਹੇ ਹੋ ਲੋਕਾਂ ਨੂੰ, ਲੋਕਾਂ ਦੇ ਵਿੱਚ ਇਹਦੇ ਪ੍ਰਤੀ ਪੂਰਾ ਵਿਸ਼ਵਾਸ ਵੀ ਬਣ ਚੁੱਕਾ ਹੈ ਔਰ ਲੋਕ ਇਸ ਨੂੰ ਵਰਤ ਕੇ ਠੀਕ ਵੀ ਹੋ ਰਹੇ ਨੇ। ਅਤੇ ਕੀ ਇਹਦੇ ਵਿੱਚ ਕੋਈ ਡੁਪਲੀਕੇਸੀ ਲਈ ਤੁਸੀਂ ਇਹਨੂੰ ਰਜਿਸਟਰਡ ਕਰਾਇਆ, ਜਾਂ ਕੋਈ ਡੁਪਲੀਕੇਟ ਤਾਂ ਨਹੀਂ ਆ ਰਿਹਾ ਬਾਜ਼ਾਰ ਦੇ ਵਿੱਚ? ਦੇਖੋ ਜੀ, ਜਿੱਦਾਂ ਤੁਸੀਂ ਏਸ਼ੀਅਨ ਦੀ ਗੱਲ ਕੀਤੀ ਹੈ ਕਿ ਡੁਪਲੀਕੇਟ ਤਿਆਰ ਕਰਨ ਵਾਲੇ ਤਾਂ ਬੈਠੇ ਹੀ ਆ ਨੈਚੁਰਲੀ। ਉਹ ਸਾਡਾ ਇੰਡੀਆ ਮਹਾਨ ਹੈ, ਇਹਦੇ ਵਿੱਚ ਇੱਦਾਂ ਦੀ ਛੇਤੀ ਹੋ ਜਾਂਦਾ, ਅਸਲੀਅਤ ਦਾ ਦੂਜਾ ਹਿੱਸਾ ਮਿਲ ਜਾਂਦਾ ਆ। ਸੋ ਮਾਰਕੀਟ ਦੇ ਵਿੱਚ ਮੈਨੂੰ ਸੁਣਨ 'ਚ ਵੀ ਆਇਆ ਕਿ ਨਾਭੀ ਦੇ ਨਾਲ ਕੁਛ ਨਾਮ ਹੋਰ ਜੋੜ ਕੇ, ਜਿੱਦਾਂ ਅਸੀਂ ਸਾਡਾ ਨਾਭੀ ਅੰਮ੍ਰਿਤ ਹੈਗਾ, ਇਸ ਤਰ੍ਹਾਂ ਕਿ ਮਿਲਦਾ ਜੁਲਦਾ, ਹਾਂਜੀ, ਨਾਭੀ ਅੰਮ੍ਰਿਤ, ਨੇਵਲ ਅੰਮ੍ਰਿਤ ਸਾਡਾ ਆਪਣਾ ਬ੍ਰਾਂਡ ਹੈਗਾ ਆ, ਠੀਕ ਹੈ ਜੀ। ਸੋ ਇਹਦੇ ਨਾਲ ਨਾਮ ਕੁਛ ਜੁੜਦੇ ਰਲਦੇ, ਕੁਛ ਨਾਭੀ ਕੁਛ, ਕੋਈ ਨਾਭੀ ਕੁਛ ਰੱਖ ਕੇ ਮੈਨੂੰ ਲੱਗਦਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਆ ਚੁੱਕੇ ਆ। ਸੋ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਨੇਵਲ ਅੰਮ੍ਰਿਤ ਸਭ ਤੋਂ ਪਹਿਲੀ ਨੇਵਲ ਅੰਮ੍ਰਿਤ ਨਾਭੀ ਅੰਮ੍ਰਿਤ ਹੀ ਹੈ। 2 ਸਾਲ ਪਹਿਲਾਂ ਤੋਂ ਮਾਰਕੀਟ ਦੇ ਵਿੱਚ ਹੈਗੀ ਆ। ਜੋ ਅੱਜ ਆਇਆ ਕੱਲ੍ਹ ਆਇਆ ਪਤਾ ਨਹੀਂ ਜੀ, ਉਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੂੰਗਾ। ਨਹੀਂ, ਕੀ ਸੁਨੇਹਾ ਦਿਓਗੇ ਤੁਸੀਂ ਸਾਡੇ ਆਪਣਾ ATC ਨਿਊਜ਼ ਦੇ ਦਰਸ਼ਕਾਂ ਨੂੰ, ਵੀ ਇਹ ਖਰੀਦਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ, ਜਾਂ ਉਹਦੇ ਸਪੈਲਿੰਗ ਪੂਰੀ ਤਰ੍ਹਾਂ ਪੜ੍ਹ ਲੈਣ, ਜਾਂ ਉਹਦਾ ਪੂਰੀ ਤਰ੍ਹਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਇਹਨੂੰ ਖਰੀਦਣ ਤੋਂ ਪਹਿਲਾਂ? ਦੇਖੋ, ਇੱਕ ਚੀਜ਼ ਹੈਗੀ ਆ ਨੇਵਲ ਅੰਮ੍ਰਿਤ ਦੇ ਉੱਤੇ DZD ਦੀ ਇੱਕ ਸਾਡੀ ਸੀਲ ਲੱਗੀ ਹੁੰਦੀ ਹੈ, ਠੀਕ ਹੈ ਜੀ। ਉਹਦੇ ਉੱਤੇ ਸਾਡੇ ਨੰਬਰ ਆਪਣੇ ਪਰਸਨਲ ਹੈਗੇ ਆ, ਤੁਸੀਂ ਕਾਲ ਕਰਕੇ ਉੱਤੇ ਚੈੱਕ ਕਰ ਸਕਦੇ ਆ। ਸੋ ਦੂਜੀ ਚੀਜ਼ ਹੈਗੀ ਆ ਕਿ ਜਿਹੜੇ ਲੋਕ ਇਹਨੂੰ ਮੈਡੀਸਨ ਨੂੰ ਲੈਣਾ ਚਾਹੁੰਦੇ, ਉਸ ਤੋਂ ਪਹਿਲਾਂ ਲਾਇਸੈਂਸ ਨੰਬਰ ਸਾਡਾ ਉੱਤੇ ਲੱਗਾ ਹੋਇਆ ਆ, ਠੀਕ ਹੈ ਜੀ। 655 ਨੰਬਰ ਲਾਇਸੈਂਸ ਸਾਡਾ ਹੈਗਾ ਆ, ਉਹ ਦੇਖ ਲੈਣ ਉਹਨੂੰ। ਕਿਉਂਕਿ ਡੁਪਲੀਕੇਟ ਜੇਕਰ ਆਯੁਰਵੈਦਾ ਦੇ ਵਿੱਚ ਇੱਕ ਚੀਜ਼ ਪਹਿਲਾਂ ਦੱਸੀ ਗਈ ਹੈ ਭਾਜੀ ਨੇ, ਜਿੱਦਾਂ ਦੱਸਿਆ ਕਿ ਆਯੁਰਵੈਦਾ 'ਚ ਜੇਕਰ ਤਾਂ ਓਰੀਜਨਲ ਚੀਜ਼ ਹੈਗੀ ਆ ਤਾਂ ਤੁਹਾਨੂੰ ਅਸਰ ਕਰਦੀ ਹੈ, ਬਟ ਜੇਕਰ ਕੋਈ ਡੁਪਲੀਕੇਟ ਨਾਭੀ ਦੇ ਵਿੱਚ ਆਪਾਂ ਪਾਤੀ, ਕੋਈ ਇੱਦਾਂ ਦੀ ਚੀਜ਼ ਨਾਭੀ 'ਚ ਪਾਤੀ, ਉਹਨਾਂ ਤੁਹਾਨੂੰ ਸਾਈਡ ਇਫੈਕਟ ਵੀ ਬਹੁਤ ਵੱਡਾ ਹੋ ਸਕਦਾ ਹੈ। ਸੋ ਲੈਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਦੇਖੋ, ਸਾਡੇ ਆਫਿਸ ਵਿਜ਼ਿਟ ਕਰ ਲਓ, ਸਾਡੇ ਆਫਿਸ 'ਤੇ ਫੋਨ ਕਰ ਲਓ, ਠੀਕ ਹੈ ਜੀ। ਸਾਡੇ ਜਿਹੜੇ ਡਿਸਟ੍ਰੀਬਿਊਟਰ ਆ, ਕਈ ਲੋਕ ਆ ਨਾ ਆਪਣੇ ਥੱਲੇ ਕਮੈਂਟਾਂ 'ਚ, ਜਿੱਦਾਂ ਹੁਣ ਤੁਹਾਡੀ ਚੱਲਣੀ ਹੈ ਵੀਡੀਓ, ਉਹਦੇ ਥੱਲੇ ਕਮੈਂਟਾਂ ਦੇ ਵਿੱਚ ਆਪਣੇ ਨੰਬਰ ਵੀ ਪਾ ਦਿੰਦੇ ਆ ਕਿ ਅਸੀਂ ਆ ਇੱਕ ਵਾਰੀ ਸਾਡੇ ਆਫਿਸ ਨੂੰ ਕਾਲ ਕਰਕੇ ਦੇਖ ਲਓ ਕਿ ਇਹ ਤੁਹਾਡਾ ਹੀ ਡਿਸਟ੍ਰੀਬਿਊਟਰ ਆ ਜਾਂ ਕਿਸੇ ਹੋਰ ਦਾ ਡਿਸਟ੍ਰੀਬਿਊਟਰ ਤਾਂ ਨਹੀਂ। ਸੋ ਇਸ ਤਰੀਕੇ ਨਾਲ ਲੋਕੀ ਹੈਗੇ ਆ ਜਿਹੜਾ ਆਪਣੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦੇ ਆ। ਇਹ ਵੀ ਦੀਪ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜਾ ਤਾਂ ਅਸਲੀ ਦਵਾਈ ਵਰਤੇਗਾ ਉਹ ਤਾਂ ਇਹਦੀ ਤਾਰੀਫ ਕਰੇਗਾ, ਜਿਹਨੇ ਕਿਤੇ ਨਕਲੀ ਵਰਤ ਲਈ ਤੇ ਉਹ ਤਾਂ ਆਪਣੇ ਆਪ ਹੀ ਉਹ ਪਰ ਤੁਹਾਡਾ ਕਸੂਰ ਉਹਦੇ ਵਿੱਚ ਸ਼ਾਇਦ ਨਹੀਂ ਹੋਵੇਗਾ। ਜੇ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਹਾਡੇ ਦਫ਼ਤਰ ਆ ਜਾਣ ਜਾਂ ਤੁਹਾਨੂੰ ਫੋਨ ਕਰ ਲੈਣ, ਤੇ ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਪੂਰਾ ਪਤਾ ਵੀ ਦੱਸੋਗੇ, ਨਾਲ ਕੋਈ ਆਪਣਾ ਮੋਬਾਈਲ ਨੰਬਰ ਵੀ ਦੱਸੋਗੇ ਜਿਹਦੇ ਨਾਲ ਤੁਹਾਡੇ ਤੱਕ ਉਹ ਆਸਾਨੀ ਨਾਲ ਪਹੁੰਚ ਕਰ ਸਕਣ? ਜੀ, ਮੈਂ ਨੰਬਰ ਤੁਹਾਨੂੰ ਦੇ ਦਿੰਦਾ, ਤੁਸੀਂ ਆਪਣੀ ਡਿਸਪਲੇ 'ਤੇ ਚਲਾ ਦਿਓ ਨੰਬਰ ਸਾਨੂੰ। ਸਾਡਾ ਜਿਹੜਾ ਪਤਾ ਹੈ ਜੀ, ਗੜਸ਼ੰਕਰ ਰੋਡ ਨੇੜੇ GN ਰਾਈਸ ਮਿਲ, ਖਮਾਚੋਂ ਦੇ ਲਾਗੇ ਆ, ਨੇੜੇ GN ਰਾਈਸ ਮਿਲ, ਇੱਥੇ ਸਾਡਾ ਆਫਿਸ ਆ। ਉੱਥੇ ਨੇਵਲ ਅੰਮ੍ਰਿਤ ਦੇ ਬੋਰਡ ਲੱਗੇ ਹੋਏ ਹੈਗੇ ਆ। ਜਦੋਂ ਅਸੀਂ ਇਹਨੂੰ ਅਨੰਦਪੁਰ ਸਾਹਿਬ ਰੋਡ ਵੀ ਕਹਿੰਦੇ ਆ, ਠੀਕ ਹੈ ਜੀ, ਬੰਗਾ ਦੇ ਵਿੱਚ ਹੈਗੇ ਆ ਅਨੰਦਪੁਰ ਸਾਹਿਬ ਰੋਡ 'ਤੇ। ਡਿਸਟ੍ਰਿਕਟ ਸਾਡਾ ਨਵਾਂ ਸ਼ਹਿਰ ਹੈਗਾ ਆ, ਸਿਟੀ ਬੰਗਾ ਆ। ਸੋ ਜਿਹੜਾ ਵੀ ਬਾਹਰੋਂ ਆਉਂਦਾ ਹੈ, ਲੋਕਲ ਵਾਲਿਆਂ ਨੂੰ ਤਾਂ ਚਲੋ ਪਤਾ ਹੈ, ਜੇ ਕੋਈ ਬਾਹਰੋਂ ਸਾਡੀ ਸਿਟੀ ਤੋਂ ਇਲਾਵਾ ਬਾਹਰੋਂ ਆਉਂਦਾ ਹੈ, ਉੱਤੋਂ ਬੰਗਾ ਆ ਕੇ ਗੜਸ਼ੰਕਰ ਰੋਡ ਨੇੜੇ GN ਰਾਈਸ ਮਿਲ 'ਤੇ ਹੈਗਾ ਜੀ ਸਾਡਾ ਐਡਰੈਸ। ਜੇ ਗੱਲ ਕਰੀਏ, ਵੈਸੇ ਤਾਂ ਅੱਜ ਕੱਲ੍ਹ ਹਰ ਇੱਕ ਬੰਦੇ ਕੋਲ ਆਪਣਾ ਸਾਧਨ ਹੁੰਦਾ, ਜੇ ਕੋਈ ਦੂਰ ਦਰਾਡੇ ਬੱਸ 'ਤੇ ਆਉਂਦਾ ਹੈ ਤਾਂ ਉਹਦੇ ਲਈ ਆਉਣ ਲਈ ਕੋਈ ਸੌਖਾ ਤਰੀਕਾ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਜਦੋਂ ਤੁਸੀਂ ਕਿਸੇ ਬੱਸ ਤੋਂ ਉਤਰਦੇ ਆ, ਜਿੱਥੇ ਉਤਰਦੇ ਉੱਥੇ ਉਤਰ ਕੇ ਇੱਕ ਚੀਜ਼ ਕਰ ਲਓ ਕਿ ਗੜਸ਼ੰਕਰ ਨੂੰ ਜਿਹੜੇ ਟੈਂਪੂ ਜਾਂਦੇ ਆ,
ਉਹਨਾਂ ਦੇ ਵਿੱਚ ਬਹਿ ਲਓ 10 ਕੁ ਰੁਪਏ ਲੈਂਦੇ ਆ, ਉਹਨਾਂ ਨੇ ਤੁਹਾਨੂੰ ਸਾਡੇ ਆਫਿਸ ਦੇ ਬਿਲਕੁਲ ਮੂਹਰੇ ਉਤਾਰ ਦੇਣਾ ਹੈਗਾ। ਜੇ ਕੋਈ 10 ਰੁਪਏ ਖਰਚਣ ਦੇ ਯੋਗ ਨਹੀਂ ਹੈਗਾ, ਉਹ ਸਾਨੂੰ ਫੋਨ ਕਰ ਦੇਵੇ, ਸਾਡੀ ਗੱਡੀ ਜਾ ਕੇ ਲੈ ਆਇਆ ਕਰੂਗੀ, ਕੋਈ ਦਿੱਕਤ ਨਹੀਂ। ਔਰ ਇੱਕ ਚੀਜ਼ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਕਈ ਵਾਰੀ ਕਈ ਪੇਸ਼ੈਂਟ ਇੱਦਾਂ ਹੁੰਦੇ ਉਹਨਾਂ ਕੋਲ ਪੈਸਾ ਨਹੀਂ ਹੁੰਦਾ, ਉਹ ਮੇਰੇ ਨਾਲ ਰਾਬਤਾ ਕਰ ਲੈਣ ਤਾਂ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਫ੍ਰੀ ਮੈਡੀਸਨ ਜਾਂ ਜਿੰਨੀ ਵੀ ਮੈਂ ਹੈਲਪ ਕਰ ਸਕਦਾ ਹਾਂ। ਅਤੇ ਅਸੀਂ ਇੱਕ ਚੀਜ਼ ਹੋਰ ਕਰਨ ਜਾ ਰਹੇ ਹਾਂ ਕਿ ਜਿਹੜੇ ਪੇਸ਼ੈਂਟ ਬਾਹਰੋਂ ਆ ਰਹੇ ਆ ਉਹਨਾਂ ਲਈ ਥੋੜ੍ਹੀ ਜਿਹੀ ਲੰਗਰ ਦੀ ਸੁਵਿਧਾ ਕਰਨ ਲੱਗੇ ਹਾਂ ਕਿ ਕੰਟੀਨ ਇੱਕੇ ਬਣਾਵਾਂਗੇ ਕਿ ਫ੍ਰੀ ਆਫ ਕਾਸਟ ਉੱਥੇ ਅਸੀਂ ਉਹਨਾਂ ਨੂੰ ਖਾਣਾ ਵੀ ਕੋਸ਼ਿਸ਼ ਕਰਾਂਗੇ ਦੇਣ ਦੀ। ਦੀਪਾ ਜੀ ਨੇ ਫਿਰ ਆਪਣੀ ਜਿਹੜੀ ਸੇਵਾ ਦੀ ਸੋਚ ਦੱਸਦੇ ਹੋਏ ਦੱਸਿਆ ਵੀ ਜਿਹਦੇ ਕੋਲ ਕੋਈ ਪੈਸੇ ਦੀ ਵੀ ਕਮੀ ਹੈ ਉਹ ਵੀ ਇਹਨਾਂ ਕੋਲ ਆ ਕੇ ਫ੍ਰੀ ਦਵਾਈ ਲੈ ਸਕਦੇ ਨੇ। ਹਰਦੀਪ ਦੀਪਾ ਜੀ, ਸਾਡੇ ਚੈਨਲ ਨਾਲ ਵਾਰਤਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੰਜੀਵ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਹ ਸਨ ਸੰਜੀਵ ਜੀ ਅਤੇ ਹਰਦੀਪ ਸਿੰਘ ਦੀਪਾ ਜੀ, ਜਿਨ੍ਹਾਂ ਨੇ ਆਪਣੀ ਨੇਵਲ ਅੰਮ੍ਰਿਤ ਦੇ ਗੁਣ ਦੱਸਦਿਆਂ ਹੋਇਆਂ ਨਾਲ ਨਾਲ ਉਹਦੇ ਬਾਰੇ ਭਰਪੂਰ ਜਾਣਕਾਰੀ ਦਿੱਤੀ। ਔਰ ਜਿਸ ਤਰ੍ਹਾਂ ਕਿ MD ਸਾਹਿਬ ਦੀਆਂ ਗੱਲਾਂ ਤੋਂ ਹੀ ਲੱਗ ਰਿਹਾ ਹੈ ਕਿ ਇਹ ਇੱਕ ਸੇਵਾ ਭਾਵਨਾ ਦੀ ਸੋਚ ਵਾਲੇ ਇਨਸਾਨ ਨੇ। ਔਰ ਜਿੱਦਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਪਹਿਲਾਂ ਵੀ ਪਿੰਡ ਲੈਵਲ 'ਤੇ ਸੇਵਾਵਾਂ ਕੀਤੀਆਂ ਨੇ ਔਰ ਗਰੀਬ ਦੀ ਮਦਦ ਕਰਨ ਲਈ ਵੀ ਹਰ ਵੇਲੇ ਅੱਗੇ ਰਹਿੰਦੇ ਨੇ। ਔਰ ਬਾਕੀ ਤਾਂ ਦਰਸ਼ਕ ਇਸ ਦਵਾਈ ਨੂੰ ਜਦੋਂ ਵਰਤਣਗੇ ਉਹੀ ਇਹਦੇ ਬਾਰੇ ਰਿਜ਼ਲਟਾਂ ਬਾਰੇ ਵੀ ਜਿਹੜੇ ਨਵੇਂ ਵਰਤਣਗੇ ਉਹ ਦੱਸਣਗੇ। ਪਰ ਜਿਸ ਤਰ੍ਹਾਂ ਕਿ ਰਿਪੋਰਟ ਆਈ ਹੈ ਵੀ ਜਿਹੜੇ ਬਹੁਤ ਜ਼ਿਆਦਾ ਪੇਸ਼ੈਂਟ ਇੱਦਾਂ ਦੇ ਨੇ ਜਿਹੜੇ ਇਹਨੂੰ ਵਰਤ ਕੇ ਠੀਕ ਹੋ ਚੁੱਕੇ ਨੇ, ਜਿਸ ਤਰ੍ਹਾਂ ਕਿ ਸੰਜੀਵ ਜੀ ਨੇ ਦੱਸਿਆ ਕਿ 42,000 ਪੇਸ਼ੈਂਟ ਇਸ ਵੇਲੇ ਇਸ ਨੂੰ ਵਰਤ ਚੁੱਕੇ ਨੇ ਔਰ ਉਹਨਾਂ ਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ ਵੀ ਜਿਹੜਾ ਪੇਸ਼ੈਂਟ ਕਹੇ ਕਿ ਮੈਨੂੰ ਅਸਰ ਨਹੀਂ ਹੋਇਆ। ਪਰ ਨਾਲ ਇਹਨਾਂ ਨੇ ਜੋ ਕੁਛ ਹਦਾਇਤਾਂ ਦਿੱਤੀਆਂ ਕਿ ਪਰਹੇਜ਼ ਜ਼ਰੂਰੀ ਹੈ, ਔਰ ਨਾਲ ਇਹਨਾਂ ਨੇ ਕਿਹਾ ਵੀ ਜਿਨ੍ਹਾਂ ਨੂੰ ਤੇਲਾਂ ਤੋਂ ਐਲਰਜੀ ਹੈ ਉਹ ਇਸ ਦਵਾਈ ਨੂੰ ਬਿਲਕੁਲ ਹੀ ਨਾ ਵਰਤਣ। ਨਰਿੰਦਰ ਮਾਹੀ ਦੇ ਨਾਲ ਮੈਂ ਮਨਜਿੰਦਰ ਸਿੰਘ, ਤੁਸੀਂ ਦੇਖਦੇ ਰਹੋ ATC ਨਿਊਜ਼।